ਵਾਹਿਗੁਰੂ ਜੀ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ। ਪੂਰਾ ਬ੍ਰਹਮ ਆਰਾਧਿਆ ਪੂਰਾ ਜਗ ਕਾ ਨਾਮ, ਨਾਨਕ ਪੂਰਾ ਪਾਇਆ पूरे के गुण गाओ। तेरे भरोसे जी मैं लाड लुटाया, तेरे भरोसे जी मैं लाड लुटाया। तेरे भरोसे जी मैं लाड लुटाया, तेरे भरोसे जी मैं लाड लुटाया। लाड लुटाया जी मैं लाड लुटाया, लाड लुटाया जी मैं लाड तेरे भरोसे प्यारे मैं लाड लुटाया, भूले चूके बारक तू हर पिता माया। सुहेला कहन कहावन तेरा बिखम पावन, हाँ मान तान करो तेरा हाँ जानो आपा। साभी मद सभैते बाहर बेमोहताज बापा, पिता हो जानो नाही तेरी कवन जुगता।
बंधन मुक्त संत हो मेरी राखै ममता। पै कृपाल ठाकर रहयो आवन जाना। गुर मिल नानक पार ब्रह्म पछाणा। तेरे भरोसे जी मैं लाड लुटाया। 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 लाड लुटाया जी मैं लाड लुटाया। लाड लुटाया जी मैं लाड लाड लुटाया जी मैं लाड लुटाया। लाड लुटाया जी मैं लाड लुटाया जी मैं लाड तेरे भरोसे जी मैं लाड लुटाया। तेरे भरोसे जी मैं लाड लुटाया। ਸਾਧ ਸੰਗਤ ਸਾਰੇ ਪ੍ਰੇਮੀ ਕੰਮਾਂ ਕਾਰਾਂ ਦੀ ਨਾ ਪਰਵਾਹ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ। ਆਓ ਗੁਰੂ ਭਾਵਨਾ ਰੱਖਦੇ ਹੋਏ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ 'ਚ ਆਪਾਂ ਕਾਹਦੇ ਵਾਸਤੇ ਇਕੱਤਰ ਹੋਏ ਹਾਂ? ਆਓ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਬਹੁਤ ਕਲਪਾਂ ਤੋਂ ਫਿਰਦਿਆਂ ਨੂੰ।
ਇਹ ਮਨੁੱਖਾ ਦੇ ਸੰਬੰਧ ਕਰਕੇ ਜਿਹੜਾ ਆਪਣਾ ਜੀਵ ਆਤਮਾ ਨਾ ਜਿਹੜਾ ਭੜਕਦਾ ਫਿਰਦਾ ਹੈ ਤਰਜੁਨੀਆਂ 'ਚ, ਇਹ ਸਰੀਰ ਦੇ ਸੰਬੰਧ ਕਰਕੇ ਇਸ ਨੇ ਜਿਹੜਾ ਇਹਦਾ ਕੇਂਦਰ ਹੈ ਵਾਹਿਗੁਰੂ, ਉਹਦੇ ਵਿੱਚ ਭੇਦ ਹੋਣਾ, ਇਹ ਵਿਛੜਿਆ ਹੋਇਆ ਉਸ ਤੋਂ। ਖਬਰ ਨਹੀਂ ਕਦੇ ਕਿ ਵਿਛੜਿਆ, ਇਹ ਗੁਰੂ ਹੀ ਜਾਣਦਾ, ਆਪਾਂ ਲਪੱਗ ਕੀ ਜਾਣ ਸਕਦੇ ਹਾਂ। ਜੋ ਗੁਰੂ ਦੀ ਕਿਰਤ ਹੈ ਉਸ ਨੂੰ ਕੌਣ ਸਾੜ ਸਕਦਾ, ਉਹ ਆਪ ਜਾਣਦਾ ਵੇ। ਉਹ ਇਸ ਤਰ੍ਹਾਂ ਦੇ ਨਾਲ ਮਨੁੱਖਾ ਦੇ ਪ੍ਰਾਪਤ ਹੋਈ ਹੈ ਇਸ ਦੀ ਆ ਉਮਰ। ਜੂਨੀਆਂ ਤਾਂ 1,84 ਲੱਖ ਹੋਰ ਵੀ ਹੈ, ਨਾ ਉਹ ਗੁਰੂ ਦੀ ਹਜ਼ੂਰੀ 'ਚ ਆ ਸਕਦੀ ਹੈ, ਨਾ ਉਹਨਾਂ ਨੂੰ ਉਪਦੇਸ਼ ਹੀ ਹੈ। ਇੱਕੋ ਇੱਕ ਇਨਸਾਨ, ਜਿਆਦੇ ਰੂਹ ਇਨਸਾਨ ਦੇ ਸਰੀਰ 'ਚ ਆਉਂਦੀ ਹੈ। ਕੋਈ ਹੁਣੇ ਹੀ ਨਹੀਂ ਆਈ ਆ, ਅੱਗੇ ਵੀ ਆਪਾਂ ਕਈ ਗੇਲ ਇਨਸਾਨ ਬਣੇ ਹੋਵਾਂਗੇ। ਇਹ ਪਤਾ ਨਹੀਂ, ਖਬਰ ਨਹੀਂ ਰਾਜੇ ਵੀ ਬਣ ਗਏ ਹੋਈਏ, ਖਬਰ ਨਹੀਂ ਰੋਟੀ ਤੋਂ ਵੀ ਆਜੇ ਹੋਵਾਂਗੇ। ਇਹ ਤਾਂ ਹੁਣ ਉਹ ਜਾਣਦਾ ਜਿਹਨੇ ਇਹ ਖੇਡ ਰਚਿਆ। ਉਹ ਇਹ ਸਰੀਰ ਦੀ ਉਮਰ ਆ ਜਿਵੇਂ ਸਿਆਣਿਆਂ ਰਿਸ਼ੀਆਂ ਮੁਨੀਆਂ ਪੀਰ ਪਕੰਬਰਾਂ ਨੇ ਸਮੇਂ ਦੀ ਵੰਡ ਕਰੀ ਹੈ, 4 ਹਿੱਸਿਆਂ ਦੇ ਵਿੱਚ ਵੰਡ ਕਰੀ ਹੈ, ਜਿਹਨੂੰ 4 ਯੁੱਗ ਕਿਹਾ ਜਾਂਦਾ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ। ਦੇਖ ਲਓ, ਖਬਰ ਨਹੀਂ ਕਾਏ ਗੇਲ ਜਿਹੜੇ ਯੁੱਗ ਨੇ ਬੀਤ ਗਏ ਹੋਣੇ ਨੇ, ਤੇ ਆਪਣੀ ਰੂਹ ਹੈ ਜਿਹੜੀ ਇਹ ਭੜਕਦੀ ਫਿਰਦੀ ਹੈ। ਖਬਰ ਆ ਸਤਯੁਗ ਦੇ ਵਿੱਚ ਵੀ ਆਪਾਂ ਆਦਮੀ ਹੋਈਏ। ਇਹ ਜਿਹੜੀ ਰੂਹ ਆ ਆਦਮੀ ਦੇ ਸਰੀਰ ਵਿੱਚ ਹੋਵੇ, ਲੱਖ ਵਰਸ ਸਰੀਰ ਦੇ ਵਿੱਚ ਰੂਹ ਰਹਿੰਦੀ ਸੀ। ਇਹ ਲੱਖ ਵਰਸ ਤੋਂ ਬਾਅਦ ਫਿਰ ਇਹ ਰੂਹ ਸਰੀਰ ਚੋਂ ਨਿਕਲਦੀ ਹੈ। ਜੇ ਤਾਂ ਜੋ ਸਰੀਰ ਤੋਂ ਕੰਮ ਲੈਣਾ ਇਸ ਰੂਹ ਨੇ ਉਹ ਲੈ ਲਿਆ। ਇਹ ਕੇਂਦਰ ਆਪਣੇ ਵਾਹਿਗੁਰੂ ਦੇ ਵਿੱਚ ਭੇਦ ਹੋ ਗਿਆ ਤਾਂ ਫਿਰ ਇਹ ਕੋਈ ਵੀ ਸਰੀਰ ਨਹੀਂ ਧਾਰੇਗਾ। ਬਸ ਜੋ ਚਿੰਨਾ ਗੁਣਾ ਦਾ ਅਸੂਲ ਆ ਨਾ, ਇਹ ਅੱਗੇ ਚਲਾ ਜਾਵੇਗਾ ਉਸ ਤੋਂ। ਨਹੀਂ ਫਿਰ ਲੱਖ ਵਰਸ ਦੀ ਉਮਰ ਸਰੀਰ ਦੀ ਹੈ, ਇਹ ਜੀਵ ਦੀ ਉਮਰ ਨਹੀਂ ਹੈ। ਰੂਹ ਹੈ ਜਿਹੜੀ, ਇਹਨੇ ਮਰਨਾ ਨਹੀਂ ਹੈ। ਇਹ ਜੋ ਨਿਰਾਕਾਰ ਵਾਹਿਗੁਰੂ ਉਹਦੇ ਵਿੱਚ ਅਭੇਦਤਾ ਹੋ ਜਾਵੇਗੀ ਸਰੀਰ ਦੇ ਸੰਬੰਧ ਕਰਕੇ। ਹੋਰ ਕੋਈ ਉਪਾਅ ਨਹੀਂ ਹੈ ਰੂਹ ਨੂੰ ਆਤਮਾ ਦੇ ਵਿੱਚ ਜਾਣ ਦਾ। ਆਓ ਸਤਯੁਗ ਦੇ ਵਿੱਚ ਆਪਾਂ ਖਬਰ ਨਹੀਂ ਕਾਏ ਗਿਲ ਬਣੇ ਹੋਵਾਂਗੇ ਇਨਸਾਨ। ਫਿਰ ਤ੍ਰੇਤਾ ਯੁੱਗ ਆ ਗਿਆ, ਫਿਰ ਖਬਰ ਨਹੀਂ ਕਿੰਨਾ ਕੁ ਚਿਰ ਬਣੇ ਹੋਵਾਂਗੇ, ਖਬਰ ਨਹੀਂ ਕਿੰਨੇ ਕੁ ਜਾਨਵਰ। ਇਹ ਸੂਰ ਹੈ ਪਰਮੇਸ਼ਰ ਦਾ ਵਰਦਾਨ ਹੈ। ਇਨਸਾਨ ਤੋਂ ਬਗੈਰ 1,84 ਲੱਖ ਜੂਨ। ਇਹ ਜੀਵ ਜਦ ਰੂਹ 1,84 ਲੱਖ ਸਰੀਰਾਂ ਦੇ ਵਿੱਚ ਹੀ ਹੁੰਦੀ ਹੋਈ, ਗੇੜੇ ਖਾਂਦੀ ਹੋਈ, ਫਿਰ ਇਹਨੂੰ ਮਨੁੱਖਾ ਸਰੀਰ ਮਿਲ ਜਾਵੇਗਾ। ਇਹ ਤਾਂ ਇਉਂ ਮਿਲੇਗਾ। ਧਾਰਮਿਕ ਸ਼ਾਸਤਰਾਂ ਨੇ, ਸਾਡੇ ਗੁਰੂ ਸਾਹਿਬਾਂ ਨੇ ਇਉਂ ਦੱਸਿਆ ਵੀ ਜਿਹੜਾ ਇਨਸਾਨ ਗੁਰੂ ਵਾਲਾ ਬਣ ਜਾਵੇਗਾ ਤਾਂ ਫਿਰ ਉਹ ਮਨੁੱਖਾ ਦੇਹ ਤੋਂ ਨਹੀਂ ਗਿਰੇਗਾ,
ਮੁਕਤ ਅਜੇ ਬਹੁਤ ਦੂਰ ਹੈ। ਜੇ ਕੋਈ ਇਨਸਾਨ ਪਹਿਲੀ ਜਮਾਤ ਦੇ ਵਿੱਚੋਂ ਬੈਠ ਕੇ ਆ ਜਾਵੇ ਵੀ ਮੈਂ ਤਾਂ ਐਮਏ ਦੀ ਡਿਗਰੀ ਲੈ ਲਈ, ਨਹੀਂ, ਹਾਂ ਸਟੂਡੈਂਟ ਜ਼ਰੂਰ ਰਖਵਾਉਣਾ ਤੂੰ ਪਹਿਲੀ ਵਾਲਾ ਵੀ, ਉਹੀ ਲਫ਼ਜ਼ ਐਮਏ ਵਾਲੇ ਤੇ ਘਟਦਾ। ਆਹ ਮਨੁੱਖਾ ਸਰੀਰ ਮਿਲ ਜਾਵੇਗਾ ਪਰ ਮੁਕਤ ਮਿਲਣੀ ਬੜੀ ਔਖੀ ਹੈ। ਮਿਲੇਗੀ ਸਰੀਰ ਦੇ ਸੰਬੰਧ ਕਰਕੇ ਹੀ ਮੁਕਤ। ਜੇ ਨਹੀਂ ਬੰਦਗੀ ਕਰੇਗਾ ਗੁਰੂ ਵਾਲਾ ਬਣ ਕੇ, ਜਿੰਨੀ ਉਮਰ ਹੈ ਸਰੀਰ ਦੀ, ਉਹ ਫਿਰ ਇਹ ਜੀਵ ਨੇ ਮਰਨਾ ਨਹੀਂ, ਇਹ ਨਿਕਲ ਜੂਗਾ, ਉਹ ਮਿੱਟੀ ਬਣ ਜਾਵੇ। ਉਹ ਜਿਹਦੀ ਅੰਸ ਹੁੰਦੀ ਆ ਉਸ ਦੇ ਵਿੱਚ ਮਿਲ ਜਾਂਦੀ ਹੁੰਦੀ ਹੈ। ਜਿੰਨੇ ਪਦਾਰਥ ਨੇ ਇਹ ਸਾਰੇ ਮਿੱਟੀ ਦੀ ਅੰਸ਼ ਨੇ। ਇੱਕ ਰੂਹ ਹੈ ਜਿਹੜੀ ਮਿੱਟੀ ਦੀ ਅੰਸ਼ ਨਹੀਂ ਆ, ਇਹ ਹੈ ਨਿਰਾਕਾਰ ਵਾਹਿਗੁਰੂ ਦੀ ਅੰਸ਼ ਹੈ। ਸਰਗੁਣ ਸਤਿਗੁਰੂ ਵੀ ਨਹੀਂ ਰਹਿੰਦਾ ਹੁੰਦਾ ਸਰੀਰ ਕਰਕੇ, ਜੋ ਉਹਦੀ ਡਿਊਟੀ ਆ ਉਹ ਕਰਕੇ ਫਿਰ ਸਰੀਰ ਦੀ ਉਮਰ ਹੈ, ਫਿਰ ਉਹ ਚਲਿਆ ਜਾਂਦਾ। ਪਰ ਉਹਦਾ ਆਉਣਾ ਜਾਣਾ ਆਪਣੇ ਵਰਗਾ ਨਹੀਂ ਹੈ, ਨਹੀਂ। ਉਹਦਾ ਪਰਮੇਸ਼ਰ ਦੇ ਹੁਕਮ ਚਾਹੁੰਦਾ ਦੁਨੀਆ ਦੇ ਭਲੇ ਵਾਸਤੇ ਜਾਂ ਜ਼ੁਲਮ ਦੂਰ ਕਰਨ ਵਾਸਤੇ। ਤੇ ਫਿਰ ਉਹ ਜਿਹੜੇ ਦੇਸ਼ ਤੋਂ ਆਉਂਦਾ ਉਸ ਦੇਸ਼ ਨੂੰ ਚਲਿਆ ਜਾਂਦਾ ਹੁੰਦਾ। ਤੇ ਆਪਣਾ ਜਿਹੜਾ ਜੰਮਣਾ ਮਰਨਾ ਇਹ ਹੈ ਜੀਵਪਣੇ ਦੇ ਵਿੱਚ। ਜੀਵ ਜੰਮਦਾ ਮਰਦਾ ਰਹਿੰਦਾ ਹੈ ਜਿੰਨਾ ਚਿਰ ਇਹ ਨਿਰਾਕਾਰ ਜਿਹੜਾ ਇਹਦਾ ਸਰੂਪ ਹੈ ਨਾ, ਅੰਸ਼ ਹੈ ਇਹਦਾ ਕਦੇ ਜੰਮਣਾ ਮਰਨਾ ਨਹੀਂ ਮਿਟੇਗਾ। ਚਾਹੇ ਸੱਤਾਂ ਵਲਾਇਤਾਂ ਦਾ ਬਾਦਸ਼ਾਹ ਬਣ ਜਾਵੇ, ਚਾਹੇ ਸਰਗ ਦਾ ਰਾਜਾ ਇੰਜਰ ਬਣ ਜਾਵੇ, ਚਾਹੇ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਜੀ ਉਹ ਮਿਲ ਜਾਵੇ, ਉਹ ਉਹਨਾਂ ਚਿਰ ਰਹੇਗੀ ਰੂਹ ਦੇ ਬਲ ਕਰਕੇ ਜਿੰਨਾ ਚਿਰ ਸਰੀਰ ਦੀ ਉਮਰ ਆ। ਜਦ ਸਾਹ ਮੁੱਕ ਗਏ ਫੇਰ ਨਹੀਂ ਇਹ ਸਰੀਰ ਨੇ ਰਹਿਣਾ। ਦਾਦੇ ਨੇ ਵੀ ਜਦ ਚਾਰ ਗੱਲਾਂ ਭਿੜ ਜਾਣਗੀਆਂ ਨਾ, ਕੋਈ ਤਾਕਤ ਇਸ ਨੂੰ ਰੱਖ ਨਹੀਂ ਸਕਦੀ ਇਹ ਸਰੀਰ ਨੂੰ। ਇਹ ਅਸੂਲ ਹੈ ਪਰਮੇਸ਼ਰ ਦਾ, ਇਹ ਤਾਂ ਨਾਲੇ ਸੂਖਮ ਹੈ। ਸਤੂਲ ਚੀਜ਼ ਨੂੰ ਆਪਾਂ ਦੇਖ ਵੀ ਸਕਦੇ ਹਾਂ, ਉਪਾਅ ਵੀ ਕਰ ਸਕਦੇ ਹਾਂ ਕੁਛ ਥੋੜਾ ਬਹੁਤਾ। ਤੇ ਜਿਹੜੀ ਦੀਦੀ ਨਹੀਂ ਰੱਬ ਦਾ ਅਸੂਲ ਤਾਂ ਆਪਾਂ ਨੂੰ ਦੀਦਾ ਨਹੀਂ ਹੈ। ਹਾਂ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਜਣਾਉਂਦੇ ਤਾਂ ਹਨ ਵੀ ਆਏ ਰੂਹ ਤੂੰ ਤਾਂ ਰਾਮ ਦੀ ਅੰਸ਼ ਹੈ। ਰਾਮ ਕਹਿ ਲੋ, ਰਹੀਮ ਕਹਿ ਲੋ, ਖੁਦਾ ਕਹਿ ਲੋ, ਗੋਬਿੰਦ ਕਹਿ ਲੋ, ਵਾਹਿਗੁਰੂ ਕਹਿ ਲੋ, ਸਤਨਾਮ ਕਹਿ ਲੋ, ਕੁਛ ਕਹਿ ਲੋ। ਇਹ ਉਸ ਤੋਂ ਵਿਛੜੀ ਹੋਈ ਹੈ ਜਿਹੜੀ ਰੂਹ ਹੈ। ਸਾਰੇ ਪਦਾਰਥ ਮਿੱਟੀ 'ਚ ਮਿਲੀ ਜਾਂਦੇ ਨੇ। ਦੇਖ ਲਓ ਪਿਛਲੇ ਆਪਾਂ ਤਵਾਰੀਖਾਂ ਪੜ੍ਹਦੇ ਹਾਂ ਜਾਂ ਗਾਹਾਂ ਤੇ ਗਾਹਾਂ ਬਜ਼ੁਰਗ ਦੱਸਦੇ ਆਉਂਦੇ ਨੇ ਵੀ ਇਸ ਤਰ੍ਹਾਂ ਦੇ ਰਾਜੇ ਹੋ ਚੁੱਕੇ ਨੇ ਦੁਨੀਆ 'ਤੇ। ਪਰ ਜਿੰਨਾ ਚਿਰ ਜੀਵ ਆਤਮਾ ਨੇ ਸਰੀਰ ਦਾ ਸਾਥ ਦਿੱਤਾ ਉਹਨਾਂ ਚਿਰ ਰਾਜ ਭਾਗ ਕਰਦੇ ਰਹੇ। ਜਦ ਬਣ ਗਿਆ ਬਹਾਨਾ, ਸਰੀਰ ਦਾ ਸਾਹ ਛੱਡ ਦਿੱਤਾ ਰੂਹ ਨੇ, ਫਿਰ ਹੋਰ ਕਿਸੇ ਜੂਨੀ 'ਚ ਜਾਵੇਗੀ ਕਰਮਾਂ ਦੇ ਅਨੁਸਾਰ। ਉਹ ਚਾਰ ਗੱਲਾਂ ਭਿੜਨਗੀਆਂ ਨਾ ਜਦ,
ਨਹੀਂ ਕਹਿੰਦੇ ਕਾਲ ਇਹਦੀ ਰਕਸ਼ਾ ਕਰਦਾ, ਇਹਨੂੰ ਮਰਨ ਨਹੀਂ ਦਿੰਦਾ। ਇਹ ਸਮੁੰਦਰ ਦੇ ਵਿੱਚ ਡਿੱਗ ਪਵੇ, ਇਹਦਾ ਉਹ ਟਾਈਮ ਨਾ ਆਇਆ ਹੋਵੇ ਮਰਨ ਦਾ, ਕਦੇ ਸਮੁੰਦਰ 'ਚ ਨਹੀਂ ਮਰੇਗਾ। ਜਦ ਮਹਾਰਾਜ ਜੀ ਅਫਰੀਕਾ ਦੇ ਵਿੱਚ ਗਏ ਨੇ, ਉੱਥੇ ਇੱਕ ਪ੍ਰੇਮੀ ਦੱਸੇ, ਰਾਮਗੜੀਆ ਬਿਆਦਰੀ ਦਾ ਸੀ ਉਹ ਰਾਮਗੜੀਏ। ਉਹ ਕਹਿਣ ਲੱਗਾ ਮਹਾਰਾਜ ਜੀ ਸਾਡਾ ਜਹਾਜ਼ ਡੁੱਬ ਗਿਆ। ਤੇ ਫਿਰ ਫੱਟੇ ਫੁੱਟੇ ਪਏ ਹੁੰਦੇ ਨੇ ਜਹਾਜ਼ਾਂ ਦੇ ਵਿੱਚ, ਕਿਸ਼ਤੀਆਂ ਵੀ ਹੁੰਦੀਆਂ ਨੇ, ਤੇ ਬਹੁਤ ਦੁਨੀਆ ਹਪੁੜੀ ਹੋਈ ਪੈਂਦੀ ਆ ਕਿਸ਼ਤੀਆਂ ਨੂੰ ਭੱਜ ਕੇ, ਫਿਰ ਉਹ ਕਿਸ਼ਤੀਆਂ ਵੀ ਡੁੱਬ ਜਾਂਦੀਆਂ ਨੇ। ਇੱਕ ਜਦ ਇਹ ਜਹਾਜ਼ ਡੁੱਬਦਾ ਨਾ, ਕਹਿੰਦੇ ਇੱਕ ਇੱਕ ਫਰਲਾਂਗ ਤਾਂ ਇਹ ਚੀਜ਼ ਨੂੰ ਖਿੱਚ ਕੇ ਨਾਲ ਵਿੱਚ ਡੁਬੋ ਦਿੰਦਾ, ਜਦ ਤੱਕ ਥੱਲੇ ਨੂੰ ਜਾਂਦਾ ਪਾਣੀ 'ਚ। ਕਹਿੰਦਾ ਮੈਂ ਫੱਟੇ ਤੇ ਬੈਠ ਗਿਆ, ਇੱਕ ਨਿਆਣਾ ਪਿਆ ਫੱਟੇ ਤੇ। ਕਹਿੰਦਾ 3 ਦਿਨ 3 ਰਾਤਾਂ ਮੈਂ ਫੱਟੇ ਤੇ ਪਿਆ ਰਿਹਾ, ਕਿਸੇ ਜਾਨਵਰ ਨੇ ਨਹੀਂ ਮੈਨੂੰ ਛੇੜਿਆ। ਫਿਰ ਦੇਖ ਲਓ ਵਾਇਰਲੈਸ ਲੱਗੀ ਹੁੰਦੀ ਆ ਜਹਾਜ਼ ਦੇ ਵਿੱਚ, ਫਿਰ ਦੂਆ ਜਹਾਜ਼ ਆਉਂਦਾ ਹੁੰਦਾ, ਉਹ ਵੀ ਤੇਜ਼ ਜਹਾਜ਼ ਆਉਂਦਾ ਜਿਹਨੂੰ ਮਾਨਵਰ ਕਹਿੰਦੇ ਨੇ, ਉਹ ਭੱਜਦਾ। ਅੱਜ ਕੱਲ੍ਹ ਤਾਂ ਸਟੀਮਰ ਵੀ ਬਹੁਤ ਤੇਜ਼ ਹੋ ਗਏ ਹੁਣ। ਜਦ ਤਾਂ ਪੱਖਿਆਂ ਵਾਲੇ ਜਹਾਜ਼ ਹੁੰਦੇ ਸੀ, ਪੱਖਿਆਂ ਵਾਲੇ। ਇਹ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇਹ ਚੱਲੇ ਨੇ ਜਿਹੜੇ ਇੰਜਣਾਂ ਵਾਲੇ ਨੇ। 3 ਦਿਨ 3 ਰਾਤਾਂ ਕਹਿੰਦਾ ਮੈਂ ਫੱਟੇ ਤੇ ਹੀ ਪਿਆ ਰਿਹਾ, ਜਦ ਤਾਂ ਪੱਖਿਆਂ ਵਾਲੇ ਜਹਾਜ਼ ਹੁੰਦੇ ਸੀ, ਪੱਖਿਆਂ ਵਾਲੇ। ਇਹ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇਹ ਚੱਲੇ ਨੇ ਜਿਹੜੇ ਇੰਜਣਾਂ ਵਾਲੇ ਨੇ। 3 ਦਿਨ 3 ਰਾਤਾਂ ਕਹਿੰਦਾ ਮੈਂ ਫੱਟੇ ਤੇ ਹੀ ਪਿਆ ਰਿਹਾ, ਜਿੰਨੀ ਦੁਨੀਆ ਦੀ ਸਾਰੀ ਮਰ ਗਈ, ਉਹਦੀ ਅਜੇ ਮੌਤ ਨਹੀਂ ਸੀ ਆਈ। ਦੇਖ ਲਓ ਸਮੁੰਦਰ ਦੇ ਵਿੱਚ, ਪਹਿਲਾਂ ਤਾਂ ਸਮੁੰਦਰ ਦੇ ਵਿੱਚ ਆਦਮੀ ਉਹੀ ਸੂਖ ਕੇ ਹੀ ਮਰ ਜੂਗਾ, ਪਰ ਨਹੀਂ, ਉਹਦੀ ਉਮਰ ਸੀ, ਨਹੀਂ ਮਰਨ ਦਿੱਤਾ ਕਾਲ ਨੇ। ਉਸ ਦਾ ਦਿਲ ਹੀ ਇਤਨਾ ਕੈੜਾ ਕਰ ਦਿੱਤਾ। ਕਹਿੰਦਾ ਫਿਰ ਜਹਾਜ਼ ਆਇਆ, ਜਹਾਜ਼ ਆਏ ਤਾਂ ਫਿਰ ਉਹ ਜਹਾਜ਼ ਨਾਲ ਫਿਰ ਫੱਟਾ ਹਿੱਲਣ ਲੱਗ ਜਾਂਦਾ, ਤਾਂ ਪਾਣੀ ਹਿੱਲਦਾ ਆਉਂਦਾ ਜਹਾਜ਼। ਉਹਨਾਂ ਨੇ ਫਿਰ ਬਹੁਤ ਹੌਲੀ 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 ਜਹਾਜ਼ ਲਿਆ ਕੇ ਫਿਰ ਕਿਸ਼ਤੀ ਛੱਡੀ। ਉਹ ਕਿਸ਼ਤੀ ਫਿਰ ਹੌਲੀ ਹੌਲੀ ਫੱਟੇ ਦੇ ਕੋਲ ਲਿਆਂਦੀ। ਫਿਰ ਉਹਨਾਂ ਨੇ ਫੜ ਕੇ ਮੈਨੂੰ ਕਿਸ਼ਤੀ 'ਚ ਬਹਾੜ ਲਿਆ। ਉਹ ਬੱਚਾ ਵੀ ਚੱਕ ਲਿਆ ਜਿਹੜਾ ਫੱਟੇ ਤੇ ਪਿਆ ਸੀ। ਫਿਰ ਸਾਨੂੰ ਜਹਾਜ਼ ਵਿਛਾਲ ਕੇ ਇੱਧਰ ਲਾਇਆ। ਸੰਤ ਮਹਾਰਾਜ ਜੀ ਨੂੰ ਦੱਸਦਾ ਸੀ ਬੜਿਆਂ ਨੂੰ। ਮਹਾਰਾਜ ਕਹਿੰਦੇ ਹਾਂ ਭਾਈ, ਇਹ ਪਰਮੇਸ਼ਰ ਦੀ ਨੇਤ ਹੈ, ਜਿੰਨਾ ਚਿਰ ਇਹਦੀ ਮੌਤ ਨਹੀਂ ਨਾ ਆਉਣੀ। ਕਹਿੰਦੇ ਕਾਲ ਨਾ ਜਿਹੜਾ ਜਿਹਨੇ ਇਹਨੂੰ ਮਾਰਨਾ, ਕਾਲ ਨੇ, ਉਹ ਫਿਰ ਇਹਦੀ ਰਕਸ਼ਾ ਕਰਦਾ ਹੁੰਦਾ। 4 ਗੱਲਾਂ ਭਿੜਦੀਆਂ ਨੇ ਜਦ ਇਨਸਾਨ ਦੀ ਮੌਤ ਆਉਂਦੀ ਹੈ। ਜਦ ਰੂਹ ਸਰੀਰ ਚੋਂ ਨਿਕਲਦੀ ਹੁੰਦੀ ਹੈ, ਕਹਿੰਦੇ ਅੰਨ ਜਲ ਮੁੱਕ ਜਾਵੇ, ਪ੍ਰਾਣ ਮੁੱਕ ਜਾਣ, ਸਾਹ ਜਿਹਨੂੰ ਕਹਿੰਦੇ ਨੇ, ਉਹ ਜਗ੍ਹਾ ਆ ਜਾਵੇ ਜਿੱਥੇ ਇਸਨੇ ਮਰਨਾ। ਫਿਰ ਕਹਿੰਦੇ ਉਹ ਬਹਾਨਾ ਬਣੇ ਜਿਹਦੇ ਨਾਲ ਇਸਨੇ ਮਰਨਾ, ਤਦ ਇਹਦੀ ਮੌਤ ਆਉਂਦੀ ਆ, ਵਰਨਾ ਇਹ ਮਰਦਾ ਨਹੀਂ ਹੈ। ਆਓ ਇਹ ਰੂਹ ਹੈ ਜਿਹੜੀ, ਜਦ ਇਹ ਮਰ ਜਾਂਦਾ ਰੂਹ ਨਿਕਲਦੀ ਆ। ਫਿਰ ਜਿਹੇ ਜਿਹੇ ਸਰੀਰ ਦੇ ਵਿੱਚ ਇਹਨੇ ਕਰਮ ਕਰੇ ਹੁੰਦੇ ਨੇ, ਰਾਜਾਂ ਵਾਸਤੇ ਤਾਂ ਆਮ ਵੀ ਕਹੋ ਤਾਂ ਵੀ ਤਪੋਂ ਰਾਜ, ਰਾਜੋ ਨਰਕ। ਉਹ ਸਾਰੇ ਨਹੀਂ ਰਾਜੇ ਸੇ ਬੀਨਾਸ ਨਹੀਂ, ਬਹੁ ਗਿਣਤੀ ਹੈ ਇਸ ਪਾਸੇ ਪਾਪਾਂ ਵੱਲ। ਇਉਂ ਤਾਂ ਰਾਜਾ ਜਨਕ ਜੀ
ਚੱਕਰਵਰਤੀ ਰਾਜੇ ਸਨ, ਉਹ ਬ੍ਰਹਮ ਗਿਆਨੀ ਸਨ। ਉਹ ਇਸ ਤਰ੍ਹਾਂ ਦੇ ਨਜ਼ਾਰੇ, ਫਿਰ ਰੂਹ ਨਿਕਲਦੀ ਆ ਕਰਮਾਂ ਅਨੁਸਾਰ, ਫਿਰ ਇਹਨੂੰ ਹੋਰ ਸਰੀਰ ਮਿਲਦਾ ਕਰੂਗਾ। ਰਹਿਣਾ ਇੱਥੇ ਕਿਸੇ ਨੇ ਹੈ ਨਹੀਂ, ਨਾ ਕੋਈ ਰਿਹਾ। ਦੇਖ ਲਓ, ਆਪਾਂ ਨੂੰ ਭਰੋਸਾ ਨਹੀਂ ਆਉਂਦਾ ਹੈ ਤੇ ਆਪਾਂ ਨੂੰ ਗਿਆਨ ਨਹੀਂ ਹੈ ਇਸ ਗੱਲ ਦਾ। ਜਿਨ੍ਹਾਂ ਨੂੰ ਗਿਆਨ ਹੋ ਗਿਆ ਨਾ ਵੀ ਮਨੁੱਖਾ ਦੇ ਇਹਦੇ ਦੋ ਪੱਖ ਨੇ, ਇੱਕ ਬੱਚੇ ਪਾਲਣੇ ਨੇ, ਇੱਕ ਪਰਮੇਸ਼ਰ ਨੂੰ ਮਿਲਣਾ। ਜੇ ਤਾਂ ਇਹਨੇ ਦੋ ਹੀ ਕਰ ਲਏ ਫਿਰ ਤਾਂ ਇਹ ਠੀਕ ਹੈ, ਪਰਮੇਸ਼ਰ ਦੇ ਵਿੱਚ ਮਿਲ ਜਾਵੇਗਾ। ਵਰਨਾ ਜੇ ਨਾ ਕਰੇ, ਜੇ ਗ੍ਰਸਤ ਨਾਮ ਹੀ ਕਰੇ, ਦੂਆ ਪੱਖ ਕਰ ਲਵੇ, ਫਿਰ ਵੀ ਨਿਕਲ ਜਾਵੇਗਾ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਸਾਰੀ ਮਿੱਟੀ ਦੀ ਅਨਸਵਾ, ਜੀਵ ਮਿੱਟੀ ਨਹੀਂ ਹੈ। ਬੜੇ ਬੜੇ ਰਾਜੇ ਰਾਣੇ, ਕਲਗੀਧਰ ਮਹਾਰਾਜ ਨੇ ਲਿਖਿਆ ਪਿਛਲੇ ਗ੍ਰੰਥ ਜਿਹੜੇ ਸਾਰੇ ਰਾਜਿਆਂ ਦੇ ਲੋਕਾਂ ਤੇ ਅਵਤਾਰਾਂ ਦੇ, ਉਹ ਗ੍ਰੰਥ 9 ਮਣ ਦਾ ਸੀਗਾ। ਉਹ ਫਿਰ ਜਦ ਅੰਮ੍ਰਿਤਸਰ ਅਨੰਦਪੁਰ ਸਾਹਿਬ ਛੱਡਣ ਵੇਲੇ ਤੇ ਉਹ ਫਿਰ ਸਤਲੁਜ ਦੀ ਭੇਟਾ ਕਰਤਾ ਤੇ ਮਹਾਰਾਜ ਜੀ ਨੇ ਵੀ ਇਹ ਚੱਕਣਾ ਔਖਾ। ਦੇਖ ਲਓ, ਸਾਰੀ ਜਦ ਤੋਂ ਸਤਜੁਗ ਤੋਂ ਦੁਨੀਆ ਹੋਈ ਹੈ ਨਾ, ਸਾਰਾ ਮਹਾਰਾਜ ਜੀ ਦਾ ਲਿਖਿਆ ਤੇ ਵੀ ਇਸ ਤਰ੍ਹਾਂ ਹੋਏ ਨੇ, ਜੰਗ ਕਰਦੇ ਤੀ, ਇਉਂ ਕਰਦੇ ਸੀ, ਇੰਨੇ ਸ਼ਕਤੀਸ਼ਾਲੀ ਸੀ, ਇੰਨੇ ਪ੍ਰਤਾਪ ਸੀ ਉਹਨਾਂ ਦਾ, ਪਰ ਉਹ ਸਾਰੇ ਮਿੱਟੀ 'ਚ ਮਿਲ ਗਏ। ਪੜੋ ਪਰੇ ਦੇ ਨਾਲ 3 ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਜਿੱਥੇ ਤਾਈਂ ਬੈਠੇ ਹੋ, ਫਿਰ ਸਾਰੀਆਂ ਬੀਬੀਆਂ ਵੱਜ ਵੱਜ ਕੇ ਪੜੋ ਪਰੇ। ਵੱਡੇ ਵੱਡੇ ਦੁਨੀਆ ਉੱਤੇ ਹੋਏ, ਹੱਥ ਵਿੱਚ ਮਿਲ ਗਏ। ਵੱਡੇ ਵੱਡੇ ਦੁਨੀਆ ਉੱਤੇ ਹੋਏ, ਹੱਥ ਵਿੱਚ ਮਿਲ ਗਏ।
ਇਨਸਾਨ ਜੇ ਤੂੰ ਮਨੁੱਖਾ ਦੇ ਸੰਬੰਧ ਕਰਕੇ ਗੁਰੂ ਵਾਲਾ ਬਣ ਕੇ ਬੰਦਗੀ ਕਰੇ ਨਾ, ਨਾਲੇ ਗ੍ਰਸਤ ਦੇ ਵਿੱਚ ਰਹਿ, ਜਿਹੜਾ ਗ੍ਰਸਤ ਦਾ ਅਸੂਲ ਆ ਨਾ ਉਹਦੇ ਅਨੁਸਾਰ ਆਪਣਾ ਜੀਵਨ ਢਾਲ। ਤੈਨੂੰ ਮਾਇਆ ਨੇ ਭੁਲਾਤਾ, ਮਾਇਆ ਨੇ। ਜਿਹੜੇ ਕੰਮ ਵਾਸਤੇ ਤੈਨੂੰ ਇਹ ਸਰੀਰ ਮਿਲਿਆ ਸੀ ਆ ਤਾਂ ਬੱਚੇ ਪਾਲਣੇ, ਉਹ ਵੀ ਹੱਕ ਦੀ ਕਿਰਤ, ਉਹਦੇ ਚੋਂ ਵੀ ਦਸਵੰਧ ਗੁਰੂ ਦਾ। 9 ਰੁਪਈਏ ਤੇਰੇ ਨੇ, 10ਵਾਂ ਗੁਰੂ ਦਾ। ਹੱਕ ਦੀ ਕਿਰਤ ਕਿਹੜੀ ਹੁੰਦੀ ਹੈ? ਕੋਈ ਇਨਸਾਨ ਨੌਕਰ ਹੈ,
ਹੁਣ ਉਹਦੀ ਨੌਕਰੀ ਹੁੰਦੀ ਹੈ, ਬਹੁਤ ਨੌਕਰੀਆਂ ਨੇ, ਲਹਿਦਾ ਮਹਿਕਮੇ ਨੇ, ਫੌਜਾਂ ਵੀ ਨੇ, ਦਫ਼ਤਰ ਵੀ ਨੇ, ਹੋਰ ਬਹੁਤ ਕੁਛ। ਜਿੰਨੀ ਨੌਕਰੀ ਆ ਉਤਨੀ ਹੀ ਲੈਣੀ ਹੈ। ਜੇ ਤੂੰ ਹੁਣ ਕੋਈ ਸਟੋਰ ਕੀਪਰ ਬਣ ਗਿਆ, ਉਹਦੇ 'ਚ ਤਾਂ ਬਹੁਤ ਗੋਦਾਮ 'ਚ ਮਾਲ ਹੁੰਦਾ। ਜੇ ਤੂੰ ਉਹਦੇ ਵਿੱਚੋਂ ਚੋਰੀ ਕਰਨ ਲੱਗ ਗਿਆ, ਚੋਰੀ ਕਰ ਸਕਦਾ ਤੂੰ, ਉਹਨਾਂ ਨੂੰ ਪਤਾ ਨਹੀਂ ਤੂੰ ਮਾਲਕ। ਪਰ ਉਹਨਾਂ ਦਾ ਕੁਛ ਨਹੀਂ ਘਟੇਗਾ, ਤੇਰਾ ਜੀਵਨ ਬਰਬਾਦ ਹੋ ਜਾਵੇ। ਗੁਰੂ ਸਾਹਿਬ ਨੇ ਲਿਖਿਆ, ਚੋਰ ਕੀ ਹਾਮਾ ਭਰੇ ਨਾ ਕੋਏ। ਪੜੋ ਪ੍ਰੇਮ ਦੇ ਨਾਲ ਪੜੋ। ਆਂਬਾ ਚੋਰ ਦੀ ਭਰੇ ਨਾ ਜਾ ਕੇ ਆਂਬਾ ਚੋਰ ਦੀ ਭਰੇ ਨਾ ਜਾ ਕੇ
ਚੋਰ ਆ ਨਾ। ਚੋਰ ਕਿਹਨੂੰ ਕਹਿੰਦੇ ਨੇ? ਜਿਹੜਾ ਦੂਏ ਦੀ ਪ੍ਰਾਪਰਟੀ ਨੂੰ ਚੱਕਦਾ, ਜਿਹੜਾ ਉਹਦੀ ਹੱਕ ਦੀ ਕਿਰਤ ਹੈ, ਚਾਹੇ ਲੱਖ ਰੁਪਈਆ, ਸਮਝੋ ਉਹਨੂੰ ਜਾਇਜ਼ ਹੈ, ਪੁੰਨ ਰੂਪ ਹੈ ਉਹ। ਜੇ ਉਹ ਵਾਧਾ ਘਾਟਾ ਕਰੇਗਾ ਜਾਂ ਕੋਈ ਅਫਸਰੀ ਮਿਲ ਗਈ ਥੋੜ੍ਹੀ ਬਹੁਤੀ, ਤਾਂ ਫਿਰ ਵੱਡੀਆਂ ਛੱਡੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ। ਤੇ ਆਪਾਂ ਹੁਣ ਦੱਸੋ, ਆਪਣਾ ਗੁਰੂ ਹੈ ਗੁਰਬਾਣੀ, ਗੁਰੂ ਨੇ ਆਪਾਂ ਨੂੰ ਲਿਖਿਆ ਗੁਰਬਾਣੀ ਦੇ ਵਿੱਚ ਵੀ ਤੂੰ ਵੱਡੀਆਂ ਛੱਡੀਆਂ ਲਈ ਜਾਂ ਤੈਨੂੰ ਮਾਫ ਕਰ ਦਿਆਂਗੇ, ਲਿਖਿਆ ਹੋਇਆ। ਜੇ ਫਿਰ ਆਪਾਂ ਕਰਦੇ ਹਾਂ ਫਿਰ ਤਾਂ ਆਪਾਂ ਚੋਰ ਹਾਂ, ਫਿਰ ਫੜ ਲੈਣਗੇ ਆਪਾਂ ਨੂੰ। ਅੱਗੇ ਗਾ ਨੂੰ ਪੜੋ ਬਰੇਣ। ਸਤਿਗੁਰ ਹੱਥ ਵੱਢਣੇ ਨੂੰ ਕਹਿੰਦੇ, ਸਤਿਗੁਰ ਹੱਥ
ਕਰਦੇ ਨੇ ਆਪਾਂ ਨੂੰ। ਹੈ ਇਨਸਾਨ ਜਿਹੜਾ ਤੇਰੀ ਹੱਕ ਦੀ ਕਿਰਤ ਆ ਉਹਨੂੰ, ਉਹ ਤਾਂ ਤੈਨੂੰ ਦਰਗਾਹ ਦੇ ਵਿੱਚ ਮਿਲ ਜਾਵੇਗੀ। ਜਿਹੜਾ ਤੂੰ ਏਰੀ ਫੇਰੀ ਦਲਾਲਗੀ ਵੀ ਕੇਰਾ ਫੇਰੀ ਹੁੰਦੀ ਹੈ। ਜੇ ਦਲਾਲ ਵੀ ਸਹੀ ਕਰਦਾ ਨਾ ਤਾਂ ਉਹ ਵੀ ਠੀਕ ਹੈ, ਅਗਰ ਗਲਤ ਕਰਦਾ 20 ਰੁਪਈਏ ਦੀ ਚੀਜ਼ ਹੋਣੀ 30 ਰੁਪਈਏ ਨੂੰ ਕੁਛ ਉੱਧਰੋਂ ਲੈ ਲੈਣੇ ਕੁਛ ਉੱਧਰੋਂ ਲੈ ਲੈਣ। ਉਹਦੀ ਬਾਬਤ ਗੁਰੂ ਸਾਹਿਬ ਨੇ ਦੱਸਿਆ ਵੱਢਿਆ ਹੱਥ ਦਲਾਲ ਕੇ, ਕਹਿੰਦੇ ਉਹਦੇ ਹੱਥ ਵੱਢੇ ਜਾਣਗੇ। ਆਓ ਰੇਰੂ ਸਾਹਿਬ ਵਾਲੇ ਮਹਾਰਾਜ ਜੀ, ਬਾਬਾ ਕਰਮ ਸਿੰਘ ਮਹਾਰਾਜ ਜੀ ਕੋਲ ਉਹਨਾਂ ਨੂੰ ਜਾਗ ਲੱਗਿਆ ਸੀ ਪਰਮੇਸ਼ਰ ਦੇ ਮਿਲਣ ਦਾ, ਜਿਹਨੂੰ ਤੜਫ ਕਹਿੰਦੇ ਨੇ। ਗ੍ਰਸਤੀ ਸਨ, ਗ੍ਰਸਤੀ ਹੌਲਦਾਰ ਸਨ ਫੌਜ ਦੇ ਵਿੱਚ, ਤੇ ਉਹਨਾਂ ਦੇ ਟੱਬਰ ਵੀ ਸੀ, ਸਭ ਬੱਚੇ ਵੀ ਸਨ। ਫਿਰ ਇੱਥੇ ਰੇਰੂ ਸਾਹਿਬ ਜਿੱਥੇ ਕਲਗੀਧਰ ਮਹਾਰਾਜ ਜੀ ਦਾ ਪਲੰਗ ਲਾਇਆ ਸੀ, ਜਾਂ ਉੱਚਦੇ ਪੀਰ ਬਣ ਕੇ ਆਏ ਨੇ, ਤਾਂ ਫਿਰ ਰਾਮਪੁਰ ਦੇ ਲੋਕਾਂ ਨੇ ਸੇਵਾ ਕਰੀ ਜੀ। ਸਿਰਫ ਰੇਰੂ ਖੜਾ ਸੀ ਉੱਥੇ। ਫਿਰ ਬਾਬਾ ਕਰਮ ਸਿੰਘ ਮਹਾਰਾਜ ਦੀ ਆਗਿਆ ਨਾਲ ਇੱਥੇ ਆ ਕੇ ਫਿਰ ਉਹ ਜਗ੍ਹਾ ਨੂੰ ਭਾਗ ਲਾਤੇ। ਗੁਰੂ ਸਾਹਿਬ ਨੇ ਲਿਖਿਆ ਗੁਰਬਾਣੀ ਦੇ ਵਿੱਚ, ਸਾ ਧਰਤ ਫਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏ, ਸੇ ਜੰਤ ਭਏ ਹਰੀ ਆਵਲੇ ਜਿਨ ਮੇਰਾ ਸਤਿਗੁਰ ਦੇਖਿਆ ਜਾਏ। ਆਓ ਫਿਰ ਸਿੱਖਾਂ ਨੇ ਅਰਜ ਕਰੀ, ਮਹਾਰਾਜ ਜੀ ਗੁਰੂ ਤਾਂ ਗੁਰੂ ਹੀ ਹੁੰਦਾ, ਕੋਈ ਹੋਰ ਵੀ ਹੈ ਜਿਹਦੇ ਬੈਠਿਆਂ ਜਗ੍ਹਾ ਪਵਿੱਤਰ ਹੋ ਜਾਊਗੀ। ਹੁਣ ਇਸ ਗੱਲ ਨੂੰ ਗੁਰੂ ਜਾਣਦਾ, ਆਪਾਂ ਨਹੀਂ ਜਾਣਦੇ। ਗੁਰੂ ਸਾਹਿਬ ਜੀ ਕਹਿੰਦੇ ਹਾਂ ਇੱਕ ਹੋਰ ਵੀ ਹੈ। ਕਹਿੰਦੇ ਮਹਾਰਾਜ ਜੀ ਕਿਰਪਾ ਕਰਕੇ ਫਿਰ ਉਹਦਾ ਨਾਮ ਦੱਸੋ ਸਾਨੂੰ। ਗੁਰੂ ਸਾਹਿਬ ਨੇ ਫਿਰ ਬਾਣੀ ਦੇ ਵਿੱਚ ਲਿਖਿਆ, ਜਿੱਥੇ ਬੈਠਣ ਸਾਧ ਜਨ ਸੋ ਥਾਨ ਸਹੰਦਾ। ਪੜੋ ਪ੍ਰੇਮ ਦੇ ਨਾਲ। ਸੋਈ ਥਾਨ ਸੁਹੰਦਾ ਜੀ, ਜਿੱਥੇ ਬੈਠਣ ਸੰਤ ਪਿਆਰੇ। ਥਾਨ ਸੁਹੰਦਾ ਜੀ, ਜਿੱਥੇ ਬੈਠਣ ਸੰਤ ਪਿਆਰੇ।
ਬੈਠਣ ਸਾਧ ਜਨ ਸੋ ਨਾਨਕ ਹੁੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਭ ਹੁੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਭ ਹੁੰਦਾ ਓਏ ਸੇਵਨ ਸਮਰੱਥ ਆਪਣਾ ਬਿਨ ਸਭ ਹੁੰਦਾ ਸੇਵਨ ਸਮਰੱਥ ਆਪਣਾ ਬਿਨ ਸਭ ਹੁੰਦਾ ਪਤ ਉਦਾਹਰਣ ਵਾਰ ਬ੍ਰਹਮ ਸਤ ਵੇਦ ਕਹੰਦਾ ਪਤ ਉਦਾਹਰਣ ਵਾਰ ਬ੍ਰਹਮ ਸਤ ਵੇਦ ਕਹੰਦਾ ਪਾਤੇ ਉਦਾਹਰਣ ਵਾਰ ਬ੍ਰਹਮ ਸਤ ਵੇਦ ਕਹੰਦਾ ਪਾਤੇ ਉਦਾਹਰਣ ਵਾਰ ਬ੍ਰਹਮ ਸਤ ਵੇਦ ਕਹੰਦਾ ਓ ਭਗਤ ਵਚਨ ਮੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਓ ਭਗਤ ਵਚਨ ਮੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਜਗ੍ਹਾ ਦੇ ਵਿੱਚ ਗੁਰੂ ਸਾਹਿਬ ਜੀ ਬੈਠ ਜਾਣ ਤਾਂ ਫਿਰ ਉੱਤੇ ਕੀ ਕੁਛ ਸ਼ੁਰੂ ਹੋ ਜਾਂਦਾ ਬੈਠਿਆਂ ਤੋਂ। ਇੱਕ ਤਾਂ ਜਿਹੜੀ ਧਰਤੀ ਆ ਉਹ ਸੁਹਾਵਣੀ ਸੋਵਨੀਕ ਔਰ ਸਫਲੀ ਰਮਣੀਕ ਹੋ ਜਾਂਦੀ ਹੈ ਤੇ ਫਿਰ ਉੱਥੇ ਗੁਰੂ ਕਾ ਲੰਗਰ ਚੱਲਣਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਫਿਰ ਕਥਾ ਕੀਰਤਨ ਸ਼ੁਰੂ ਹੋ ਜਾਂਦਾ। ਇਹ ਗੁਰੂ ਦੇ ਗੁਣ ਨੇ ਗੁਰਮੁਖੋ। ਆਓ ਜਿਹੜੇ ਮਹਾਂਪੁਰਸ਼ ਨੇ ਜਿੱਥੇ ਉਹ ਬੈਠਦੇ ਨੇ ਇੱਕ ਤਾਂ ਜਗ੍ਹਾ ਵੀ ਸਫਲੀ ਤੇ ਨਾਲੇ ਫਿਰ ਗੁਰੂ ਕਾ ਲੰਗਰ ਚੱਲਣਾ ਸ਼ੁਰੂ ਹੋ ਜਾਂਦਾ। 2 ਟਾਈਮ ਕਥਾ ਕੀਰਤਨ ਸ਼ੁਰੂ ਹੋ ਜਾਂਦਾ ਗੁਰਮੁਖੋ। ਉਹ ਇਸ ਤਰ੍ਹਾਂ ਦੇ ਨਾਲ ਜਿਹੜੇ ਗੁਰੂ ਘਰ ਦੇ ਵਿੱਚ ਮਹਾਂਪੁਰਸ਼ ਇਸ ਤਰ੍ਹਾਂ ਦੇ ਨਾਲ ਫਿਰ ਉੱਥੇ ਗਾਇਮਾਂ ਗਾਇਮ ਹੋ ਜਾਂਦੀ ਹੈ। ਗੁਰੂ ਸਾਹਿਬ ਨੇ ਤਾਂ ਹੋਰ ਵੀ ਬਹੁਤ ਲਿਖਿਆ ਮਹਾਂਪੁਰਸ਼ਾਂ ਦੀ ਬਾਬਤ। ਨਗਰ ਬੈਕੁੰਠ ਜਹਾਂ ਸੰਤ ਵਾਸਾ ਕਹਿੰਦੇ ਜਿਹੜੇ ਪਿੰਡ ਦੇ ਵਿੱਚ ਇੱਕ ਤਤਵਿਤਾ ਮਹਾਂਪੁਰਸ਼ ਲੀੜੇ ਔਰ ਪਖੰਡੀ ਨਾ ਹੋਵੇ। ਮਹਾਂਪੁਰਸ਼ ਹੋਵੇ, ਮਹਾਂਪੁਰਸ਼ ਉਹ ਹੁੰਦਾ ਜਿਹੜਾ ਆਤਮਾ ਦੇ ਵਿੱਚ ਮਿਲਿਆ ਹੋਵੇ, ਆਤਮਦਰਸ਼ੀ ਹੋਵੇ, ਚਮਦਰਸ਼ੀ ਨਾ ਹੋਵੇ, ਬਿਹਾਰਦਰਸ਼ੀ ਨਾ ਹੋਵੇ, ਮਾਦਾ ਪ੍ਰਸਤੀ ਨਾ ਹੋਵੇ, ਸਮਦਰਸ਼ੀ ਹੋਵੇ। ਸਮਦਰਸ਼ਤਾ ਹੀ ਹਰ ਇੱਕ ਦਾ ਭਲਾ ਚਾਹੁੰਦੀ ਆ ਗੁਰੂ।
ਦੁਆਇਤ ਵਾਲਾ ਵੀ ਭਲਾ ਚਾਹੁੰਦਾ ਦੂਏ ਦਾ। ਕੀ ਆਪਾਂ ਗਵਾਂਢੀ ਦਾ ਭਲਾ ਚਾਹੁੰਦੇ ਆ? ਫੈਸਲਾ ਕਰੋ ਆਪਣੇ ਮਨ ਦੇ ਨਾਲ। ਨਹੀਂ ਚਾਹੁੰਦੇ, ਜਾਂ ਗਵਾਂਢੀ ਦਾ ਹੀ ਨਹੀਂ ਚਾਹੁੰਦੇ, ਆਪਾਂ ਦੂਏ ਦਾ ਕੀ ਕਰਦਾ? ਆਪਾਂ ਤਾਂ ਆਪਣੇ ਭਾਈ ਨੂੰ ਮਾਰਨ ਨੂੰ ਫਿਰਦੇ ਹਾਂ। ਦੱਸੋ, ਤੇ ਆਪਣਾ ਮਨ ਕਿਵੇਂ ਲੱਗ ਜੂਗਾ ਨਾਮ ਦੇ ਵਿੱਚ? ਆਪਾਂ ਤਾਂ ਚੋਰ ਆ। ਚੋਰ ਦਾ ਤਾਂ ਹੰਬਾ ਹੀ ਨਹੀਂ ਭਰਨਾ ਗੁਰੂ ਨੇ। ਆਓ ਇਸ ਤਰ੍ਹਾਂ ਦੇ ਨਾਲ ਕਹਿੰਦੇ ਜਿੱਥੇ ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਤ ਦੱਸਿਆ, ਬ੍ਰਹਮ ਗਿਆਨੀ ਬਾਬਤ ਗੁਰਸਿੱਖ ਵੀ ਬ੍ਰਹਮ ਗਿਆਨੀ ਹੁੰਦੇ ਨੇ ਤੇ ਮਹਾਂਪੁਰਸ਼ ਵੀ ਬ੍ਰਹਮ ਗਿਆਨੀ। ਸਾਰਿਆਂ ਮਤਾਂ ਦੇ ਵਿੱਚ ਹੁੰਦੇ ਨੇ ਬ੍ਰਹਮ ਗਿਆਨੀ। ਜਿਹੜੇ ਆਰਫ ਕਹਿੰਦੇ ਨੇ, ਤਤਵੇਤੇ ਕਹਿੰਦੇ ਨੇ, ਤਤਦਰਸ਼ੀ ਕਹਿ ਦਿੰਦੇ ਨੇ ਉਹਨਾਂ ਨੂੰ। ਆਪਾਂ ਬ੍ਰਹਮ ਗਿਆਨੀ ਕਹਿੰਦੇ ਹਾਂ ਗੁਰੂ ਘਰ ਦੇ ਵਿੱਚ। ਪੜੋ ਬਰੇ ਜਿੱਥੇ ਕਹਿੰਦੇ ਉਹ ਰਹਿੰਦੇ ਨੇ ਨਾ, ਚਾਹੇ ਸ਼ਹਿਰ ਹੋਵੇ ਚਾਹੇ ਪਿੰਡ ਹੋਵੇ, ਕਹਿੰਦੇ ਬੈਕੁੰਠ ਸਮਾਨ ਹੁੰਦਾ ਉਹ। ਪੜੋ ਬਰੇ ਉਹ ਤਾਂ ਨਗਰ ਬੈਕੁੰਠ ਬਣ ਜਾਵੇ ਜਿੱਥੇ ਵਾਸਾ ਸਾਧ। ਉਹ ਤਾਂ ਨਗਰ ਬੈਕੁੰਠ ਬਣ ਜਾਵੇ ਉਹ ਜਿੱਥੇ ਵਾਸਾ ਸਾਧ। ਸਾਹਿਬ ਜੀ ਨੇ ਉਹ ਦੱਸਿਆ
ਬਈ ਜਿਹੜੇ ਤੱਤਵ ਤੇ ਮਹਾਂਪੁਰਸ਼ ਨੇ ਨਾ, ਚਾਹੇ ਉਹ ਸ਼ਹਿਰ 'ਚ ਰਹਿੰਦੇ ਨੇ, ਚਾਹੇ ਬਸਤੀ 'ਚ, ਚਾਹੇ ਪਿੰਡ 'ਚ, ਚਾਹੇ ਰੋਈ, ਕਹਿੰਦੇ ਉਹ ਜਗ੍ਹਾ ਨੂੰ ਬੈਕੁੰਠ ਦੀ ਸ਼ਕਲ ਵਿੱਚ ਬਦਲ ਦਿੰਦੇ ਨੇ। ਉਹਨਾਂ ਦੇ ਵਿੱਚ ਤਾਕਤ ਹੈ, ਜਿਵੇਂ ਗੁਰੂ ਹੁੰਦਾ ਨਾ, ਗੁਰੂ, ਉਹਦੇ ਵਿੱਚ ਵੀ ਤਾਕਤ ਹੈ। ਨਿਰਾਕਾਰ ਤੋਂ ਸਰਗੁਣ ਹੋਇਆ ਉਹ। ਜਿਹੜਾ ਸਿੱਖ ਹੈ ਜਾਂ ਭਗਤ ਹੈ, ਉਹਨਾਂ ਨੇ ਫਿਰ ਸਰਗੁਣ ਸਤਿਗੁਰੂ ਦੀ ਕਰੀ ਸੇਵਾ। ਸੇਵਾ ਕਰਨ ਸੇ ਜਦੋਂ ਆਤਮਾ ਦੇ ਵਿੱਚ ਸੁਰਤ ਚਲੀ ਗਈ, ਤਾਂ ਫਿਰ ਆਤਮਾ ਦੀ ਤਾਕਤ ਹੈ ਨਾ ਜਿਹੜੀ, ਉਹਨਾਂ ਦੇ ਮਨ ਦੇ ਵਿੱਚ ਆ ਗਈ। ਕੋਈ ਕਰਕੇ ਦੇਖ ਲਓ, ਉਸ ਟਾਈਮ ਦੇ ਵਿੱਚ ਮਹਾਤਮਾ ਦਾ ਬੋਲਬਾਲਾ ਬਹੁਤਾ ਹੁੰਦਾ ਸੀ। ਕਿਸੇ ਸਮੇਂ ਦੇ ਵਿੱਚ ਕੋਈ ਪ੍ਰਕਿਰਤੀ ਵੱਧ ਜਾਂਦੀ ਹੈ, ਕਿਸੇ ਦੇ ਵਿੱਚ ਕੋਈ ਵੱਧ ਜਾਂਦੀ ਹੈ। ਆਓ ਪਿਛਲੇ ਜਿਹੜੇ ਯੁੱਗ ਸਨ, ਮਹਾਤਮਾ ਦਾ ਜ਼ਿਆਦਾ ਬੋਲਬਾਲਾ ਸੀ ਉਹਨਾਂ ਦੇ ਵਿੱਚ, ਆਪ ਗੁਰਸਿੱਖਾਂ ਦਾ। ਤਾਂ ਹੀ ਮਹਾਰਾਜ ਨੇ ਮਹਾਂਪੁਰਸ਼ਾਂ ਦੇ ਨਾਮ ਬਾਣੀ ਦੇ ਵਿੱਚ ਜ਼ਿਆਦਾ ਰੱਖੇ ਨੇ। ਬੜੇ ਸੰਤ ਮਹਾਰਾਜ ਜੀ ਦੱਸਦੇ ਹੁੰਦੇ ਸਨ, ਪਰ ਵਿਨਾਸ਼ ਨਹੀਂ ਹੋਵੇਗਾ। ਵੀ ਹਰ ਇੱਕ ਚੀਜ਼ ਦਾ ਰਹੇਗਾ, ਬਹੁਲਤਾ ਘਟਤਾ ਤਾਂ ਹੋ ਜਾਵੇਗੀ। ਆਪਣੇ ਸੰਤ ਮਹਾਰਾਜ ਬੜੇ ਦੱਸਦੇ ਹੁੰਦੇ, ਕਹਿੰਦੇ ਬਾਬਾ ਕਰਮ ਸਿੰਘ ਮਹਾਰਾਜ ਦੇ ਜਿਹੜੇ ਗ੍ਰਸਤੀ ਸਨ, ਸੇਵਾ ਕਰਨ ਵਾਲੇ ਜਾਂ ਤਿਆਗੀ ਸਨ, ਕਹਿੰਦੇ 100 ਬਰਮ ਗਿਆਨੀ ਸੀਗਾ। 100 ਬੀਜ ਨਹੀਂ ਜਾਵੇਗਾ ਕਦੇ ਵੀ। अब बीज रह गया सिर्फ, बस बहुलता नहीं है। बीज हर एक चीज का रहेगा गुरु। जैसे कलगीधर महाराज ने घर भंगाणी चले गए, उत्थे पहाड़ी राजा सीगा, नाहन का प्रेमी सी, महाराज नूं लै गया भी इत्थे भीम चंद विरोध जिहा करदा, महाराज जी इधर टल जाओ। इस तरह दे नाल उत्थे चले गए गुरु। पर जिहड़ी गल गुरु साहब ने करनी सी, वो तो उन्होंने आप करनी थी, उन्होंने टाल कौन सकदा। जिहड़ा कोई किसी नूं छेड़दा ना, छेड़दा, समझो कुछ ना कुछ उस ना करेगा बस। गुरु साहब जी तो आप छेड़ते सी भी जे चल पवे काम तो फिर जुल्म नूं दूर कर दईए। खैर उत्थे लै गए, बहु गिणती माता जी भी कहन लगे, पुत्र चलो काहनूं एवें झगड़ा छेड़ना है। वो तो चाहुंदे दी तमाशा शुरू होवे तां खड़काइए तमाचे, जिवें खड़काउंदे ने नकलीए देखे ने, तमाचा जिहा हुंदा उन्हां कोल इक, इस तरह तलवारां दे तमाचे दी महाराज को, तलवारां दे। ते फिर उत्थे 500 साधु सी नाल, एक उन्हां दा महंत सीगा नाल। जब भीम चंद नाल बिगड़ गई, फिर वो जिहड़ी वारात सी उत्थों दी लखनी सी, महाराज ने लखण नहीं दित्ती। ये पहाड़ां दा इक्को ही रस्ता हुंदा, फिर 3-4 दिनां च ही जाके किते उत्थे पहुँचना नहीं, जिथे उसके लड़के दे आनंद कारज जां फेरे आदि हुंदे हन। ते कलगीधर महाराज कहे नहीं लखण दे जाने चाहुंदी असीं। हो गया ना, आपे ही चाहुंदे ने ना भी छेड़े छेड़ा, तो फिर करिए काम शुरू। आओ इस तरह दे नाल वो फिर पंडित गया, कहना महाराज जी देख लो, जिहड़ा फेरियां का दिन रखा हुंदा भी, उस दिन फेरे जिवें अपने आनंद कारज का दिन रखा होवे, चाहे मींह पैंदा होवे, आपां जरूर जावांगे। कलगीधर का महाराज कहंदे भी ठीक है, साडा इहदे नाल कोई विरोध नहीं, उसके पुत्र नाल। हाँ यूँ कर, तू कल लड़के नूं लै जा, तू चलिया जा, पर असीं भीम चंद नूं नहीं लखण देना इत्थों।
ਘਰੋਂ ਚਲਿਆ ਗਿਆ। ਉੱਥੇ ਜਾ ਕੇ ਜੋ ਸੁਣਦਾ ਉਹ ਜਿਹੜਾ ਸੀਗਾ ਰਾਜਾ ਫਤਿਹ ਚੰਦ, ਉਹ ਮਹਾਰਾਜ ਦਾ ਸੇਵਕ ਸੀਗਾ। ਕਲਗੀਧਰ ਮਹਾਰਾਜ ਦੀ ਮਹਾਰਾਜ ਨੇ ਸੁਲਾਹ ਕਰਾਈ ਤੇ ਉਹਦੀ ਕਿਸੇ ਰਾਜੇ ਨਾਲ ਅਣਬਣ ਸੀ। ਤਾਂ ਫਿਰ ਕਲਗੀਧਰ ਮਹਾਰਾਜ ਜੀ ਨੇ, ਨੰਦ ਚੰਦ ਪ੍ਰੋਹਤ ਸੀਗਾ ਕਲਗੀਧਰ ਮਹਾਰਾਜ ਦਾ, ਸੂਰਮਾ ਸੀ। ਤੇ ਉਸ ਨੂੰ ਜਿਵੇਂ ਆਪਾਂ ਲਿਜਾਨੇ ਹੁੰਦੇ ਹਾਂ, ਆਪਾਂ ਲੜਕੀਆਂ ਨੂੰ ਤਮੋਲ ਕਹਿੰਦੇ ਨੇ, ਜਾਂ ਸੁੱਭਰ ਦੇ ਲੀੜੇ ਹੁੰਦੇ ਨੇ, ਇਹੋ ਜਿਹਾ ਕੁਛ ਦਿਖਾਵਾ ਚਕਾਵਾ ਜਿਹਾ ਹੁੰਦਾ ਹੈ। ਤੇ ਇਸ ਤਰ੍ਹਾਂ ਦੇ ਨਾਲ ਉਹ ਨੰਦ ਚੰਦ ਜੀ ਉੱਥੇ ਗਏ ਸੀ ਸਿੱਖਾਂ ਦੇ ਸਮੇਤ। ਜਾਂ ਫਤਿਹ ਚੰਦ ਇੱਧਰ ਦੀ ਘੁਮਾਉਂਦਾ ਗਿਆ। ਜਦ ਉਹਨੇ ਦੇਖਿਆ ਵੀ ਇਹ ਤਾਂ ਰਾਜਾ ਕਲਗੀਧਰ ਮਹਾਰਾਜ ਦਾ ਸੇਵਕ ਹੈ, ਤਾਂ ਸਿੱਖ ਬੈਠੇ ਨੇ। 1.25 ਲੱਖ ਦਾ ਤਮੋਲ ਸੀ ਉਸ ਟਾਈਮ ਦੇ ਵਿੱਚ, ਜਿਹੜਾ ਲੜਕੀ ਦੇ ਉੱਤੇ ਦੇਣਾ ਸੀ ਫੇਰਿਆਂ ਵੇਲੇ ਦੇ। ਆਪੋ ਆਪਣੇ ਲੋਕ ਮੰਜਿਆਂ ਜਾਂ ਤੇ ਪਾ ਕੇ ਲੀੜੇ ਜੇ ਦਿਖਾੜਦੇ ਹੁੰਦੇ ਨੇ ਨਾ ਜੀ, ਆਏ ਨਾਨਕਿਆਂ ਦੇ ਨੇ, ਆਏ ਦਾਦਕਿਆਂ ਦੇ ਨੇ, ਆਹ ਲੜਕੇ ਦੇ ਫਲਾਨੇ ਦੇ ਨੇ, ਇਹ ਜਿਹਾ ਉੱਥੇ ਹੁੰਦਾ ਪਿੰਡਾਂ 'ਚ ਅਸੀਂ ਦੇਖਦੇ ਰਹੇ। ਅੱਜ ਕੱਲ੍ਹ ਜ਼ਮਾਨਾ ਹੋਰ ਹੋ ਗਿਆ। ਹੁਣ ਅੱਜ ਕੱਲ੍ਹ ਪਹਿਲਾਂ ਹੀ ਕਹਿੰਦੇ ਨੇ ਇੰਨਾ ਲਊਂਗਾ ਮੁੰਡੇ ਦਾ, ਪਹਿਲਾਂ ਹੀ ਜੇਬ ਭਰ ਲੈਂਦੇ ਨੇ। ਆਹ ਇਸ ਤਰ੍ਹਾਂ ਦੇ ਨਾਲ ਉਹ ਤਾਂ ਜੀ ਹਰਖ ਗਿਆ। ਭੀਮ ਚੰਦ ਕਹਿੰਦਾ ਜੇ ਤੁਸੀਂ ਗੁਰੂ ਸਾਹਿਬ ਨਾਲ ਪ੍ਰੇਮ ਰੱਖਦੇ ਹੋ ਤਾਂ ਫਿਰ ਆ ਤੁਹਾਡੀ ਲੜਕੀ ਸਾਂਭੋ, ਅਸੀਂ ਤਾਂ ਚੱਲਦੇ। ਲੜਕੀ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ। ਜੇ ਤੁਸੀਂ ਮੇਰੇ ਨਾਲ ਸੰਬੰਧ ਰੱਖਣਾ ਤਾਂ ਗੁਰੂ ਸਾਹਿਬ ਜੀ ਨਾਲ ਲੜੋ ਮੇਰੇ ਨਾਲ। ਸਾਨੂੰ ਲਖਣ ਨਹੀਂ ਦਿੱਤਾ ਉਹਨਾਂ ਨੇ ਉੱਥੋਂ ਦੀ। ਹਰ ਲੜਕੀ ਦਾ ਸੰਬੰਧ ਹੀ ਇਹੋ ਜਿਹਾ ਹੁੰਦਾ। ਸਾਰੇ ਰਾਜੇ ਇਕੱਠੇ ਹੋਏ ਸੀ 22 ਧਾਰ ਦੇ ਉੱਥੇ, ਸਾਰੇ ਇਕੱਠੇ ਹੋ ਕੇ ਫਿਰ ਆਏ ਵੀ ਚਲੋ ਉੱਥੇ ਲੜਾਈ ਕਰਾਂਗੇ। ਭਵਾਨੀ ਉੱਥੇ ਯੁੱਧ ਹੋਣਾ ਸੀ ਕਲਗੀਧਰ ਮਹਾਰਾਜ ਦੇ ਨਾਲ। ਉੱਥੇ 500 ਸਾਧ ਸੀ, ਉਹਨਾਂ ਦਾ ਮਹੰਤ ਸੀ, ਉਹਦਾ ਨਾਮ ਮੈਨੂੰ ਵਿਸਰਿਆ ਹੋਇਆ। ਕਿਰਪਾਲ ਦਾਸ ਸੀ, ਕਿਰਪਾਲ ਦਾਸ। ਦਾਸ ਦਾਸੀਆਂ ਨੂੰ ਕਹਿੰਦੇ ਨੇ। ਤੇ ਫਿਰ ਉਹ ਕਲਗੀਧਰ ਮਹਾਰਾਜ ਜੀ ਨੂੰ CID ਨੇ ਦੱਸ ਦਿੱਤਾ, ਆ ਕੇ CID ਹੁੰਦੀ ਹੋਈ ਹੈ। ਕਹਿੰਦੇ ਮਹਾਰਾਜ ਜੀ ਹੁਣ ਜੰਗ ਹੋਵੇਗਾ ਤੁਹਾਡੇ ਨਾਲ। ਸਾਰੇ ਪਹਾੜੀ ਰਾਜੇ, ਸਾਰੀਆਂ ਫੌਜਾਂ ਇੱਥੇ ਨੂੰ ਆਉਂਦੀਆਂ ਨੇ। ਹੁਣ ਕਲਗੀਧਰ ਮਹਾਰਾਜ ਕੋਈ ਨਹੀਂ, ਕਹਿੰਦੇ ਅਸੀਂ ਤਾਂ ਚਾਹੁੰਦੇ ਹੀ ਹਾਂ ਇਸ ਗੱਲ ਨੂੰ, ਅਸੀਂ ਤਾਂ ਚਾਹੁੰਦੇ ਹਾਂ। ਆਓ ਫਿਰ ਉਹ ਜਿਹੜਾ 500 ਸਾਧੂ ਸੀ ਕਿਰਪਾਲ ਦਾਸ ਦੇ ਸਮੇਤ, ਫਿਰ ਆਪਾਂ ਨੇ ਟੂਕ ਲੈਣੀ ਹੈ ਬਈ ਜਿਹੜਾ ਬੀਜ ਹੈ ਨਾ, ਬੀਜ ਹਮੇਸ਼ਾ ਰਹੇਗਾ ਹਰ ਇੱਕ ਚੀਜ਼ ਦਾ। ਤਾਂ ਫਿਰ ਰਾਤ ਨੂੰ ਆਰਡਰ ਸੁਣਾਤਾ ਉਹਨਾਂ ਸਾਧਾਂ ਨੂੰ ਵੀ ਸਵੇਰੇ ਤਿਆਰ ਹੋ ਜਾਓ, ਜੰਗ ਹੋਵੇਗਾ, ਸ਼ਸਤਰ ਲੈ ਲਓ। ਤਾਂ ਫਿਰ ਜਦ ਰਾਤ ਪਈ ਨਾ, ਉਹ 500 ਦਾ 500 ਭੱਜ ਗਿਆ, ਉੱਥੋਂ ਭੱਜ ਗਿਆ। ਸਵੇਰ ਹੋਈ ਵੀ ਜਾਓ ਸਾਧਾਂ ਨੂੰ ਕਹੋ ਸ਼ਸਤਰ ਲੈ ਲੈਣ। ਤਾਂ ਜਦ ਉੱਥੇ ਦੇਖਿਆ ਸਾਰਾ ਖਾਲੀ ਪਿਆ ਡੇਰਾ, ਇੱਕ ਬੈਠਾ। ਕਹਿੰਦੇ ਮਹਾਰਾਜ ਜੀ ਉਹ ਤਾਂ ਤਿੱਤਰ ਹੋ ਗਏ ਸਾਰੇ। ਕਹਿੰਦੇ ਕੋਈ ਹੈ ਵੀ? ਕਹਿੰਦੇ ਹਾਂ, ਉਹਨਾਂ ਦਾ ਮਹੰਤ ਬੈਠਾ ਕਿਰਪਾਲ ਦਾਸ। ਕਹਿੰਦੇ ਇਹਨੂੰ ਲਿਆਓ। ਕਿਰਪਾਲ ਦਾਸ ਆ ਗਿਆ, ਮਹਾਰਾਜ ਜੀ ਨੂੰ ਨਮਸਕਾਰ ਕਰੀ। ਉਹ ਜਿਹੜੇ ਬੁੱਧੂ ਸ਼ਾਹ ਨੇ ਭੁੱਖੇ ਮਰਦੇ ਪਠਾਨ, ਕਲਗੀਧਰ ਮਹਾਰਾਜ ਜੀ ਕੋ ਨੌਕਰ ਰਖਾਤੇ। ਬੁੱਧੂ ਸ਼ਾਹ ਫਕੀਰ ਸੀ, ਇਸਲਾਮ ਦਾ ਬੰਦਾ ਸੀ। ਕਲਗੀਧਰ ਮਹਾਰਾਜ ਨਾਲ ਉਸਦਾ ਪਿਆਰ ਸੀਗਾ। ਇਹ ਕਲਗੀਧਰ ਮਹਾਰਾਜ ਦਾ ਜ਼ੁਲਮ ਨਾਲ ਬੈਰ ਸੀ, ਕੋਈ ਵਿਅਕਤੀਗਤ ਨਾਲ ਨਹੀਂ ਸੀ, ਜਾਤ ਪਾਤ ਨਾਲ ਨਹੀਂ ਸੀ। ਇਹ ਤਾਂ ਆਪਣੀਆਂ ਗੱਲਾਂ ਬਣਾ ਲੈਂਦੇ ਆਪਾਂ। ਜੇ ਮੁਸਲਮਾਨਾਂ ਨਾਲ ਜੇ ਹੋਰ ਹੁੰਦਾ ਵਿਅਕਤੀਗਤ ਨਾਲ, ਤਾਂ ਫਿਰ ਇਹ ਬੁੱਧੂ ਸ਼ਾਹ ਤੇ ਆਪਣਾ 700 ਮਰੀਤ ਤੇ 7 ਪੁੱਤਰ ਲੈ ਕੇ ਕਿਉਂ ਜਾਂਦਾ ਉੱਥੇ? ਆਓ ਇਸ ਤਰ੍ਹਾਂ ਦੇ ਨਾਲ। ਤੇ ਫਿਰ ਉਹ ਆ ਗਿਆ ਕਿਰਪਾਲ ਦਾਸ, ਉਹਨੇ ਨਮਸਕਾਰ ਕਰੀ। ਮਹਾਰਾਜ ਜੀ ਕੀ ਹੁਕਮ ਹੈ? ਕਹਿੰਦੇ ਜੰਗ ਲੜਨਾ। ਸਤਵਚਨ ਜੀ ਕਰੋ ਹੁਕਮ।
ਘੋੜਾ ਲਿਆ ਕੇ ਦਿਓ, ਕਹਿੰਦਾ ਮੈਨੂੰ। ਇਹ ਜਿਹੜੇ ਸਾਧ ਹੁੰਦੇ ਅੱਗੇ ਇਹਨਾਂ ਕੋਲ ਕੁੱਤਕੇ ਹੁੰਦੇ, ਤੁਕਤੇ ਜੇ ਕਹਿੰਦੇ ਸੀ ਉਹਨੂੰ ਕੁੱਤਕੇ, ਜਾਣੀ ਟਾਲੀ ਦਾ ਡੰਡਾ ਹੁੰਦਾ ਸੀ ਲਾਲੀ ਦਾ, ਕੋਈ 20 ਸ਼ੇਰ ਦਾ ਹੋਊ, ਕੋਈ 30 ਸ਼ੇਰ ਦਾ, ਇਸ ਤਰ੍ਹਾਂ ਤਕੜੇ ਹੁੰਦੇ ਸੀ ਲੋਕ। ਜਦ ਉਹ ਕਹਿੰਦਾ ਮਹਾਰਾਜ ਜੀ ਘੋੜਾ ਲਿਆਓ ਮੈਨੂੰ। ਮਹਾਰਾਜ ਨੇ ਘੋੜਾ ਦਿੱਤਾ, ਉਹ ਵਿਚਾਰਾ ਕਦੇ ਚੜ੍ਹਿਆ ਵੀ ਨਹੀਂ ਸੀ ਘੋੜੇ 'ਤੇ। ਜਿਉਂ ਕੁੱਤਕਾ ਚੱਕਿਆ ਉਸਨੇ, ਜਿਹੜਾ ਉਹ ਪਠਾਣਾ ਦਾ ਮੋਹਰੀ ਸੀ, ਪਠਾਨ ਮੁਖੀ, ਵੀ ਆਪਾਂ ਗੁਰੂ ਦਾ ਸਮਾਨ ਲੁੱਟਾਂਗੇ, ਜਾ ਕੇ ਕਿਰਪਾਲ ਦਾਸ ਨੇ ਜੋੜ ਕੇ ਉਹਦੇ ਸਿਰ ਦੇ ਵਿੱਚ ਮਾਰਿਆ, ਸਾਰੀ ਮਿੰਜ ਖੰਡਾਤੀ, ਮਰ ਗਿਆ। ਹੁਣ ਜੇ ਕਲਗੀਧਰ ਮਹਾਰਾਜ ਦਾ ਕਿਸੇ ਕੋਲੋਂ ਡਰਦੇ ਹੁੰਦੇ ਤਾਂ ਫਿਰ ਉਹ ਇਉਂ ਨਾ ਕਹਿੰਦੇ ਕਿਰਪਾਲ ਦਾਸ ਨੂੰ ਵੀ ਆ ਜਾ, ਹੋਰ ਨਾ ਬਸ ਤੂੰ ਜੰਗ ਕਰੀ, ਹੁਣ ਆ ਜਾ, ਇੰਨੇ ਬਹੁਤ ਆ ਤੇਰਾ। ਕਿਰਪਾਲ ਦਾਸ ਆ ਗਿਆ, ਕਹਿੰਦੇ ਮਹਾਰਾਜ ਜੀ ਹੋਰ ਦੇਖ ਲੈਣ ਦਿਓ ਹੁਣ ਮੈਨੂੰ, ਹੁਣ ਭਖੀ ਹੋਈ ਆ ਗੱਲ। ਕਹਿੰਦੇ ਨਾ ਭਾਈ, ਕਹਿੰਦੇ ਜਾਂ ਤਾਂ ਬੀਜ ਰੱਖਤਾ ਸੰਤਾਂ ਦਾ, ਜਾਂ ਹੋਰ ਬਥੇਰੇ ਹੋ ਜਾਣਗੇ। ਜਿਵੇਂ ਕਲਗੀਧਰ ਮਹਾਰਾਜ ਜੀ ਚਮਕੌਰ ਦੀ ਗੜੀ ਦੇ ਵਿੱਚ 40 ਸਿੱਖਾਂ ਸਮੇਤ ਲੜਦੇ ਨੇ, ਸ਼ਹੀਦ ਹੁੰਦੇ ਨੇ, ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਗਿਣਤੀ ਦੇ ਸਿੰਘ ਰਹਿ ਗਏ। ਇੱਕ ਹਰੀਜਨ ਸੀ ਕੋਈ ਸਿੱਖ, ਸੰਗਤ ਸਿੰਘ, ਉਸ ਦਾ ਚਿਹਰਾ ਕਲਗੀਧਰ ਮਹਾਰਾਜ ਨਾਲ ਮਿਲਦਾ ਸੀ। ਸਿੱਖਾਂ ਨੇ ਬੇਨਤੀ ਕਰੀ, ਮਹਾਰਾਜ ਜੀ ਤੁਸੀਂ ਕਿਲੇ 'ਚ ਚਲੇ ਜਾਓ। ਕਲਗੀਧਰ ਮਹਾਰਾਜ ਕਹਿੰਦੇ ਅਸੀਂ ਕਿਉਂ ਜਾਈਏ ਕਿਲੇ 'ਚ? ਕਹਿੰਦੇ ਅਸੀਂ ਤਾਂ ਸ਼ਹੀਦ ਹੋਵਾਂਗੇ ਇੱਥੇ। ਆਓ ਇਸ ਤਰ੍ਹਾਂ ਪੜ੍ਹੋ ਪ੍ਰੇਮ ਦੇ ਨਾਲ, ਕਹਿੰਦੇ ਨੇ ਕਲਗੀਧਰ ਮਹਾਰਾਜ ਜੀ। ਜਦੋਂ ਆਖਰੀ ਸਮਾਂ ਮੇਰਾ
ਪਿਆਰਿਆਂ ਦਾ ਮੁਖੀ ਭਾਈ ਦਇਆ ਸਿੰਘ ਜੀ, ਉਸ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਈ। ਪੰਜਾਂ ਸਿੰਘਾਂ ਦੇ ਨਾਲ ਰਾਏ ਕਰੀ ਵੀ ਆਪਾਂ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਕਿਲੇ ਨੂੰ ਛੱਡ ਕੇ ਚਲੇ ਜਾਣ। ਕਿਉਂ? ਵੀ ਜੇ ਇੱਥੇ ਸ਼ਹੀਦ ਹੋ ਗਏ ਤਾਂ ਫਿਰ ਆਪਾਂ ਗੁਰੂ ਨਹੀਂ ਬਣਾ ਸਕਦੇ। ਹਾਂ, ਜਦ ਗੁਰੂ ਚਲਿਆ ਜਾਵੇਗਾ ਨਾ, ਸਿੱਖ ਬਹੁਤ ਬਣ ਜਾਣ। ਬੀਜ ਆ ਨਾ ਗੁਰੂ। ਆਪਾਂ ਨੇ ਵੀ ਗੁਰੂ ਨੇ ਹੀ ਪੈਦਾ ਕਰਿਆ ਨਾ, ਗੁਰੂ ਨੇ ਹੀ ਸਿੱਖੀ ਬਖਸ਼ੀ ਹੈ। ਪੰਜ ਪਿਆਰਿਆਂ ਨੇ ਬੇਨਤੀ ਕਰੀ, ਮਹਾਰਾਜ ਜੀ ਤੁਸੀਂ ਗੜੀ ਚੋਂ ਚਲੇ ਜਾਓ, ਸਾਡੇ ਵਰਗੇ ਹੋਰ ਬਹੁਤ ਸਿੱਖ ਬਣ ਜਾਣਗੇ, ਪਰ ਸਾਨੂੰ ਇਹੋ ਜਿਹਾ ਗੁਰੂ ਨਹੀਂ ਮਿਲੇਗਾ। ਫਿਰ ਕਲਗੀਧਰ ਮਹਾਰਾਜ ਕਹਿੰਦੇ ਭਾਈ ਦਇਆ ਸਿੰਘ ਠੀਕ ਹੈ, ਵਿਚਾਰ ਤਾਂ ਤੁਹਾਡੀ ਠੀਕ ਹੈ, ਪਰ ਦੁਨੀਆ ਮੈਨੂੰ ਕੀ ਕਹੇਗੀ? ਵੀ ਬਗਾਨੇ ਪੁੱਤ ਮਰਵਾ ਕੇ ਫਿਰ ਉਹ ਗੜੀ ਦੇ ਵਿੱਚੋਂ ਭੱਜ ਗਿਆ। ਐਸਾ ਨਹੀਂ ਹੋਵੇਗਾ। ਕਹਿੰਦਾ ਮਹਾਰਾਜ ਜੀ ਇਹ ਤਾਂ ਸਰਦ ਤੁਹਾਡੇ ਤੇ ਆਏ ਦੇ ਨਹੀਂ, ਤੁਹਾਡੀ ਤਾਂ ਮੌਜ ਹੈ, ਜ਼ਰੂਰ ਚਲੇ ਜਾਓ, ਬੀਜੋ ਤੁਸੀਂ ਹੋਰ ਬਣ ਜਾਣਗੇ ਸਿੱਖ ਹੋਰ। ਖੈਰ ਬੇਨਤੀ ਮੰਨ ਲਈ ਪੰਜਾਂ ਪਿਆਰਿਆਂ ਦੀ। ਕਹਿੰਦੇ ਬਈ ਇਉਂ ਕਰਨਾ, ਫਿਰ ਅਸੀਂ ਚੋਰੀ ਤਾਂ ਅਸੀਂ ਜਾਣਾ ਨਹੀਂ ਹੈ। ਹਾਂ ਤੁਹਾਡੀ ਬੇਨਤੀ ਮੰਨ ਲੈਂਦੇ ਹਾਂ, ਅਸੀਂ ਚਲੇ ਜਾਂਦੇ ਹਾਂ, ਪਰ ਸਾਡਾ ਮਨ ਨਹੀਂ ਕਹਿੰਦਾ ਹੈ ਜਾਣ ਨੂੰ ਤੁਹਾਨੂੰ ਛੱਡ ਕੇ। ਤੁਸੀਂ ਮੈਨੂੰ ਸਿਰ ਦਿੱਤੇ, ਤੁਹਾਨੂੰ ਛੱਡ ਕੇ ਮੈਂ ਕਿੱਥੇ ਨੂੰ ਚਲਿਆ ਜਾਵਾਂ। ਆਓ ਇਸ ਤਰ੍ਹਾਂ ਦੇ ਨਾਲ ਫਿਰ ਉਹ ਜਿਹੜਾ ਹਰੀਜਨ ਤੇ ਇੱਕ ਸਿੰਘ, ਉਸ ਦਾ ਚਿਹਰਾ ਕਲਗੀਧਰ ਮਹਾਰਾਜ ਨਾਲ ਮਿਲਦਾ ਸੀ। ਸਾਰੀ ਜਗ੍ਹਾ ਕਲਗੀ, ਜੋ ਵੀ ਸ਼ਸਤਰ ਵਸਤਰ ਕਲਗੀਧਰ ਮਹਾਰਾਜ ਦੇ ਸੀਗੇ ਨਾ, ਉਹ ਸੰਗਤ ਸਿੰਘ ਹਰੀਜਨ ਦੇ ਸਾਰਾ ਕਲਗੀ ਜਗ੍ਹਾ ਤਲਵਾਰ ਜੋ ਵਸਤਰ ਸੀ ਉਹਨੂੰ ਪਹਿਰਾ ਦਿੱਤੇ। ਯਾਨੀ ਉਹ ਦੁਸ਼ਮਣਾਂ ਨੂੰ ਇਉਂ ਲੱਗਦਾ ਸੀ ਵੀ ਕਲਗੀਧਰ ਮਹਾਰਾਜ ਹੀ ਬੈਠੇ। ਇਸ ਤਰ੍ਹਾਂ ਦੇ ਨਾਲ ਸੀ। ਤਾਂ ਫਿਰ ਮਹਾਰਾਜ ਕਹਿੰਦੇ ਵੀ ਅਸੀਂ ਤਾੜੀ ਵਜਾ ਕੇ ਜਾਵਾਂਗੇ, ਅਸੀਂ ਉਹ ਨਹੀਂ ਜਾਣਾ ਚੋਰੀ। ਸੂਰਮੇ ਦਾ ਕੰਮ ਨਹੀਂ ਚੋਰੀ ਜਾਣਾ ਹੈ ਬਸ। ਕਿ ਸੂਰਮਾ ਮੌਤ ਤੇ ਨਹੀਂ ਨਾ ਡਰਦਾ। ਜੇ ਮੌਤ ਤੇ ਡਰੇਗਾ ਤਾਂ ਜ਼ਰੂਰ ਚੋਰੀ ਚਲਿਆ ਜਾਵੇਗਾ। ਜਿਵੇਂ ਅਨੰਦਪੁਰ ਸਾਹਿਬ ਜੰਗ ਹੋ ਰਿਹਾ, ਸਿੱਖ ਮੌਤ ਤੋਂ ਡਰ ਗਏ। ਉਹਨਾਂ ਨੇ ਕਿਹਾ ਵੀ ਮੌਤ ਤੋਂ ਬਚੀਏ, ਕੋਈ ਨਾ ਕੋਈ ਬਹਾਨਾ ਬਣਾਓ। ਬਹਾਨਾ ਕਹਿੰਦੇ ਇਉਂ ਕਰੋ, ਆਪਾਂ ਇੱਕ ਜਿਉਂਦੇ ਸਿੱਖ ਨੂੰ ਸੀੜੀ ਤੇ ਪਾ ਕੇ ਨਾ ਮਾਰੂ ਸ਼ਬਦ ਪੜ੍ਹਦੇ ਪੜ੍ਹਦੇ ਜੇ ਕੋਈ ਪੁੱਛੂਗਾ ਵੀ ਤੇ ਆਪਾਂ ਕਹਿ ਦਾਂਗੇ ਸਿੰਘ ਚੜ੍ਹਾਈ ਕਰ ਗਿਆ, ਸੰਸਕਾਰ ਕਰਨ ਜਾਂਦੇ। ਹੁਣ ਗੁਰੂ ਤਾਂ ਸਰਵਾਗੋ ਹੈ, ਜੇ ਤਾਂ ਲਪੱਗ ਹੋਵੇ ਤਾਂ ਆਪਣੀ ਸ਼ੈਤਾਨੀ ਵੀ ਪੁੱਗ ਜਾਵੇ। ਆਓ ਇਸ ਤਰ੍ਹਾਂ ਦੇ ਨਾਲ ਜਦੋਂ ਸ਼ਬਦ ਪੜ੍ਹਦੇ ਆਉਂਦੇ ਨੇ, ਕਲਗੀਧਰ ਮਹਾਰਾਜ ਕਹਿੰਦੇ ਵੀ ਉਹ ਕੀ ਗੱਲ ਹੈ, ਇਕੱਠ ਜਿਹਾ ਹੋਇਆ। ਕਹਿੰਦੇ ਮਹਾਰਾਜ ਜੀ ਇੱਕ ਸਿੰਘ ਚੜ੍ਹਾਈ ਕਰ ਗਿਆ। ਕਹਿੰਦੇ ਉਹਨਾਂ ਨੂੰ ਕਹੋ ਸਾਡੇ ਕੋਲ ਦੀ ਹੋ ਕੇ ਜਾਣ। ਜੋ ਆ ਗਏ, ਉਹ ਜਿਹੜੇ ਸੀੜੀ ਤੇ ਪਾਇਆ ਸੀਗਾ ਸਿੱਖ ਜਿਉਂਦਾ ਹੀ, ਉੱਤੋਂ ਦੀ ਉਹ ਲੀਰਾਂ ਜਿਹਾ ਬੰਨ੍ਹ ਦਿੰਦੇ ਨੇ ਜਾਂ ਮੁਰਦੇ ਦੇ ਬੰਨ੍ਹ ਦਿੰਦੇ ਨੇ। ਤਾਂ ਫਿਰ ਉੱਥੇ ਰੱਖਤਾ। ਹੁਣ ਉਹ ਕਲਗੀਧਰ ਤਾਂ ਮਹਾਰਾਜ ਜਾਣਦੇ ਸੀ ਇਹ ਤਾਂ ਮੌਤ ਤੋਂ ਡਰ ਗਏ। ਮੌਤ ਤੋਂ ਡਰ ਕੇ ਇਹਨਾਂ ਨੇ ਫਰੇਬ ਬਣਾਇਆ ਇਹ ਸਾਨੂੰ ਅਲਪੱਗ ਸਮਝਦੇ ਨੇ। ਕਲਗੀਧਰ ਮਹਾਰਾਜ ਕੇ ਜਿਹਦਾ ਦੀਆ ਸਲਾਈਆਂ ਨਹੀਂ ਸੀ ਹੁੰਦੀਆਂ, ਤੂਈਆਂ ਤਾਈਆਂ ਦੱਬ ਕੇ ਰੱਖ ਦਿੰਦੇ ਸੀ, ਜਾਂ ਪਾਥੀ ਦੱਬ ਦੇਣੀ, ਸੁਆਹ ਪਾ ਦੇਣੀ, ਸੁਲਗੀ ਜਾਣੀ, ਉਹ ਸੁਆਹ ਪਰੇ ਕਰਨੀ, ਫੂਕ ਮਾਰਨੀ, ਅੱਗ ਮੱਚ ਪੈਣੀ, ਜਾਂ ਫਿਰ ਲੱਕੜੀਆਂ ਲਾ ਦੇਣੀਆਂ ਜਦ ਕੋਈ ਦਾਲਾਂ ਜਾਂ ਹੋਰ ਪ੍ਰਸ਼ਾਦਾ ਪਾਣੀ ਪਕਾਉਣਾ ਹੁੰਦਾ। ਕਲਗੀਧਰ ਮਹਾਰਾਜ ਕਹਿੰਦੇ ਸਿੱਖ ਨੂੰ ਜਾ ਕੇ ਮੱਚਦਾ ਮੱਚਦਾ ਚੋਰੜਾ ਚੱਕ ਲਿਆ ਲੰਗਰ ਚੋਂ।
ਉਹ ਚੱਕ ਲਿਆ। ਕਲਗੀਧਰ ਮਹਾਰਾਜ ਕਹਿੰਦੇ ਵੀ ਇਹ ਸਾਡਾ ਸਿੱਖ ਹੈ, ਵੀ ਅਸੀਂ ਇਸ ਨੂੰ ਲਾਂਬੂ ਲਾਵਾਂਗੇ ਫਿਰ ਇਹ ਸੱਚਖੰਡ ਨੂੰ ਜਾਊਗਾ। ਮਹਾਰਾਜ ਕਹਿੰਦੇ ਉਹ ਤਾਂ ਉਹਨਾਂ ਦਾ ਭਾਜ ਖੋਲ੍ਹਣਾ ਦੀ ਮੌਤ ਤੋਂ ਡਰ ਗਏ ਸੀ ਗੁਰਮੁਖੋ। ਸਾਰੇ ਨਹੀਂ ਡਰੇ ਹੈ, ਵਿਨਾਸ਼ ਨਹੀਂ ਹੋਵੇਗਾ, ਸਾਰੇ ਇੱਕੋ ਜਿਹੇ ਨਹੀਂ ਕਦੇ ਵੀ ਹੋਣਗੇ ਹਰੇਕ ਮੱਤ ਦੇ ਵਿੱਚ। ਨਾ ਸਾਰੇ ਸਿੱਖ ਹੀ ਚੰਗੇ ਨੇ ਨਾ ਮਾੜੇ ਨੇ, ਨਾ ਸਾਰੇ ਮੁਸਲਮਾਨ ਹੀ ਚੰਗੇ ਨੇ ਨਾ ਮਾੜੇ ਨੇ, ਨਾ ਸਾਰੇ ਹਿੰਦੂ ਹੀ ਚੰਗੇ ਨੇ ਨਾ ਮਾੜੇ ਨੇ, ਹੋਰ ਵੀ ਜਿਤਨੀਆਂ ਨੇ ਬਿਆਦਨੀਆਂ ਜਾਤਾਂ ਨੇ ਜਿਹੜੀਆਂ। ਆਓ ਇਸ ਤਰ੍ਹਾਂ ਦੇ ਨਾਲ ਤਾਂ ਜਦ ਮਹਾਰਾਜ ਜੀ ਨੇ ਮੱਝਦਾ ਚੋਰੜਾ ਉਹਦੇ ਕੋਲ ਨੂੰ ਕਰਿਆ ਤਾਂ ਅੱਗੇ ਤੜਾ ਕੇ ਭੱਜ ਗਿਆ। ਮਹਾਰਾਜ ਕਹਿੰਦੇ ਵੀ ਇਹ ਤਾਂ ਸਰੇ ਸਰੀਰ ਸੱਚਖੰਡ ਨੂੰ ਚਲਿਆ ਗਿਆ, ਸਣੇ ਸਰੀਰ ਹੀ। ਮਹਾਰਾਜ ਕਹਿੰਦੇ ਉਹ ਮੂਰਖੋ, ਓਏ ਅਸੀਂ ਤੁਹਾਨੂੰ ਚਿੱਠੀ ਪਾਈ ਸੀ ਵੀ ਆਓ ਸਾਨੂੰ ਭੀੜ ਪਈ ਹੋਈ ਹੈ ਸਾਡੀ ਮਦਦ ਕਰੋ ਆ ਕੇ, ਜਾਂ ਤੁਹਾਨੂੰ ਅਸੀਂ ਲੈਣ ਗਏ ਸੀ ਵੀ ਆਓ ਸਾਡੀ ਮਦਦ ਕਰੋ? ਕਹਿੰਦੇ ਅਸੀਂ ਤੁਹਾਡੇ ਕੋਲੋਂ ਕੀ ਲੈਣਾ? ਇਸ ਨੂੰ ਗੁਰੂ ਕਹਿੰਦੇ ਨੇ। ਗੁਰੂ ਤਾਂ ਕਿਸੇ ਕੋਲੋਂ ਡਰਦਾ ਨਹੀਂ ਹੁੰਦਾ, ਨਾ ਉਹਨੂੰ ਡਰ ਹੁੰਦਾ ਕਿਸੇ ਦਾ। ਆਓ ਕਹਿੰਦੇ ਤੁਸੀਂ ਮਰਨ ਤੇ ਹੀ ਡਰਦੇ ਸੀ ਨਾ, ਕਹਿੰਦੇ ਭੱਜੋ ਇੱਥੋਂ, ਚਲੇ ਜਾਓ ਇੱਥੋਂ। ਆਓ ਇਸ ਤਰ੍ਹਾਂ ਦੇ ਨਾਲ ਕਲਗੀਧਰ ਮਹਾਰਾਜ ਕਹਿੰਦੇ ਵੀ ਅਸੀਂ ਚੋਰੀ ਨਹੀਂ ਜਾਣਾ ਹੈ ਭਾਈ ਦਇਆ ਸਿੰਘ, ਹਾਂ ਅਸੀਂ ਤਾੜੀ ਮਾਰਾਂਗੇ, ਨਿਕਲਾਂਗੇ ਜ਼ਰੂਰ। ਨਾਲ ਇਹ ਵੀ ਹੈ ਤੁਸੀਂ ਵੀ ਸਾਡੇ ਮਗਰ ਹੀ ਆ ਜਾਓ। ਫਿਰ ਤਿੰਨ ਸਿੰਘ, ਫਿਰ ਭਾਈ ਦਇਆ ਸਿੰਘ ਤੇ ਧਰਮ ਸਿੰਘ, ਮਾਨ ਸਿੰਘ, ਇਹ ਤਿੰਨ ਫਿਰ ਮਹਾਰਾਜ ਜੀ ਨੇ ਨਿਸ਼ਾਨੀ ਦੱਸਤੀ ਦੀ ਵੀ ਇਸ ਤਰ੍ਹਾਂ ਆ ਜਾਓ, ਅਸੀਂ ਤੁਹਾਨੂੰ ਮਿਲ ਜਾਵਾਂਗੇ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜਾ ਬੀਜ ਹੈ ਨਾ, ਬੀਜ ਨਾਸ ਨਹੀਂ ਹੋਵੇਗਾ। ਜਦ ਫਿਰ ਕਲਗੀਧਰ ਮਹਾਰਾਜ ਜੀ ਉਹ ਜਿਹੜਾ ਸੀਗਾ ਕਿਰਪਾਲ ਦਾਸ, ਉਹ ਹੰਸਾਂ ਹੇਰਾਂ ਨੇ ਕਿੱਧਰ ਸੂਜਾਪੁਰ ਕੰਨੀ, ਉੱਥੇ ਆ ਕੇ ਡੇਰਾ ਬਣਾ ਲਿਆ ਉਹਨੇ, ਉੱਥੇ ਚੇਲੇ ਬਹੁਤ ਬਣ ਗਏ ਉਹਦੇ। ਜਦ ਫਿਰ ਕਲਗੀਧਰ ਮਹਾਰਾਜ ਜੀ ਇੱਧਰ ਗਏ ਨੇ ਰਾਏਕੋਟ ਨੂੰ, ਤਾਂ ਫਿਰ ਉਸ ਕਿਰਪਾਲ ਦਾਸ ਨੂੰ ਮਿਲ ਕੇ ਗਏ ਸੀਗੇ। ਆਓ ਇਸ ਤਰ੍ਹਾਂ ਦੇ ਨਾਲ ਵਿਨਾਸ਼ ਨਹੀਂ ਹੋਵੇਗਾ। ਦੱਸਿਆ ਵੀ ਜਿਹੜੇ ਦਲਾਲ ਨੇ ਨਾ, ਹੱਕ ਦੀ ਕਿਰਤ ਨਹੀਂ ਕਰਦੇ, ਝੂਠ ਭੂਠ ਦੀ ਵਾਢੀ ਛਾਢੀ ਲੈਂਦੇ ਨੇ ਨਾ, ਕਹਿੰਦੇ ਉਹ ਪਰਮੇਸ਼ਰ ਨੂੰ ਨਹੀਂ ਪਾਉਂਦੇ, ਬਸ ਹੱਥ ਵੱਡੇ ਜਾਣਗੇ ਉਹਨਾਂ ਦੇ। ਆਓ ਰੇਰੂ ਸਾਹਿਬ ਵਾਲੇ ਮਹਾਰਾਜ ਜੀ, ਗੁਰੂ ਕਾ ਲੰਗਰ ਚੱਲਣਾ ਸ਼ੁਰੂ ਹੋ ਗਿਆ, 2 ਟਾਈਮ ਕਥਾ ਕੀਰਤਨ ਸ਼ੁਰੂ ਹੋ ਗਿਆ, ਸੰਗਤਾਂ ਆਉਂਦੀਆਂ ਨੇ, ਮਹਾਂਪੁਰਸ਼ ਵੀ ਆਉਂਦੇ ਨੇ। ਉਹਨਾਂ ਦਾ ਲੜਕਾ ਦੀ ਸਵੈਦ ਪੋਸ਼, ਕੁਛ ਉਹਦਾ ਮਾੜਾ ਮੋਟੇ ਹੁੰਦੇ ਨੇ, ਕਚਹਿਰੀਆਂ 'ਚ ਜਾਂਦੇ ਹੁੰਦੇ ਨੇ। ਸਾਡੀ ਕਚਹਿਰੀ ਜ਼ਿਆਦਾ ਉੱਥੇ ਬਸੀ ਹੁੰਦੀ ਸੀ, ਤੇ ਉਹ ਇਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਨੇ ਇਹਨਾਂ ਨੂੰ ਲੈ ਜਾਂਦੇ ਨੇ ਵੀ ਤੂੰ ਸਾਡੇ ਜਗ੍ਹਾ ਉੱਥੇ ਉਹ ਕਰਦੀ, ਸਾਡੇ ਕੀ ਗਵਾਹੀ ਜੀ, ਸਾਨੂੰ ਛਡਾ ਦੀ, ਇੰਨੇ ਪੈਸੇ ਦੇ ਦਾਂਗੇ ਤੈਨੂੰ। ਇਹਨੂੰ ਕਹਿੰਦੇ ਨੇ ਦਲਾਲਗੀ। ਤੇ ਉਹ ਮਹਾਰਾਜ ਨੂੰ ਮੱਥਾ ਟੇਕਣ ਆ ਰੇਰੂ ਸਾਹਿਬ। ਮਹਾਤਮਾ ਕਿਹੜਾ ਭੁੱਲੇ ਨੇ, ਕਹਿੰਦੇ ਪੁੱਤਰ ਠੀਕ ਹੈ, ਤੂੰ ਹੱਕ ਦੀ ਕਿਰਤ ਕਰੇਗਾ, ਤੈਨੂੰ ਸਵੈਤਪੋਸ਼ੀ ਮਿਲੇਗੀ ਤਾਂ ਗਈ, ਠੀਕ ਹੈ, ਕੋਈ ਮਾੜੀ ਗੱਲ ਨਹੀਂ ਹੈ, ਤੂੰ ਜੋ ਕੁਛ ਹੱਕ ਦਾ ਕਰਿਆ ਕਰ। ਕਹਿੰਦਾ ਤੁਸੀਂ ਤਾਂ ਘਰ-ਬਾਰ ਛੱਡ ਕੇ ਇੱਥੇ ਆ ਬੈਠੇ ਨਾ, ਸਾਧ ਬਣ ਗਏ, ਤੁਹਾਨੂੰ ਕੀ ਪਤਾ ਘਰ ਦੇ ਕੰਮ ਕਿਵੇਂ ਚਲਾਈਦੇ ਹੁੰਦੇ ਨੇ। ਆਹ ਦੇਖ ਲਓ, ਆਪਾਂ ਘਰ ਦੇ ਕੰਮ ਚਲਾਉਂਦੇ ਹਾਂ, ਹੁਣ ਲੱਗੂ ਪਤਾ ਜਦ ਜਾਓਗੇ ਅੱਗੇ ਘਰ ਦੇ ਕੰਮਾਂ ਦਾ ਤੁਹਾਨੂੰ। ਕਹਿੰਦੇ ਵੀ ਠੀਕ ਹੈ ਚਲਾਈ ਜਾ ਤੂੰ, ਪਰ ਗੁਰੂ ਸਾਹਿਬ ਤਾਂ ਕਹਿੰਦੇ ਵੱਡੀਏ ਹੱਥ ਦਲਾਲ ਕੇ ਮੁੱਛ ਵੀ ਇਹ ਕਰੇ। ਫਿਰ ਕੀ ਹੋਇਆ ਗੁਰਮੁਖੋ, ਉਹ ਸਟੇਸ਼ਨ ਤੋਂ ਗੱਡੀ ਚੜ੍ਹਨ ਲੱਗਾ, ਨਾਲ ਹੋਰ ਨੇ ਹੁੰਦੇ ਹੀ ਨੇ ਜਿਹੜੇ ਉਹ ਗਵਾਹੀ ਦਿਵਾਉਣੀ ਹੈ, ਜਿਨ੍ਹਾਂ ਨੇ ਭੱਜੇ ਫਿਰ ਦਿੰਦੇ ਨਾਲੇ ਜਾਲੇ। ਇੱਥੇ ਗਵਾਹੀ ਨਹੀਂ ਕੋਈ ਲੈਂਦਾ, ਇੱਥੇ ਪੁਲਿਸੇ ਕਰਦੀ ਆ ਸਭ ਕੁਛ ਬਸ। ਇਸ ਤਰ੍ਹਾਂ ਦੇ ਨਾਲ ਉਹ ਗੱਡੀ ਨੂੰ ਫੜੀ ਖੜਾ, ਉਹ ਡੰਡਾ ਜਿਹਾ ਹੁੰਦਾ ਜਿਹੜਾ ਚੜ੍ਹਨ ਵਾਲਾ, ਤੇ ਉਹ ਗੱਲਾਂ ਕਰਦਾ ਜਾਂਦਾ, ਨਾਲੇ ਤੁਰਿਆ ਜਾਂਦਾ, ਗੱਡੀ ਤੁਰ ਪਈ। ਜਾਂ ਖਾਸੀ ਤੇਜ਼ ਹੋ ਗਈ ਨਾ, ਉਹ ਚੱਕ ਕੇ ਪੈਰ ਫੱਟੇ ਤੇ ਰੱਖਣ ਲੱਗਿਆ, ਗੱਡੀ ਸਲਿੱਪ ਮਾਰ ਗਈ, ਪਹੀਏ ਫਿਰ ਗਏ, ਝੰਡਕਾ ਵੱਜਦਾ ਗੱਡੀ ਨੂੰ, ਤੇ ਉਹ ਗੱਡੀ ਦੇ ਥੱਲੇ ਡਿੱਪਿਆ।
ਹੱਥ ਹਰ ਪੈਰ ਲੈਣ ਤੇ ਆ ਗਏ, ਹੱਥ ਹਰ ਪੈਰ ਵੱਢ ਸਿੱਟੇ ਗੱਡੀ ਨੇ। ਉਹ ਕਹਿੰਦਾ ਵੀ ਇਉਂ ਕਰੋ, ਹੁਣ ਮੈਨੂੰ ਘਰ ਨੂੰ ਨਾ ਲੈ ਕੇ ਜਾਇਓ, ਮੈਨੂੰ ਰੇਰੂ ਸਾਹਿਬ ਨੂੰ ਲੈ ਕੇ ਚੱਲੋ। ਵੱਡੇ ਗਏ ਨਾ ਪੜੋ ਬਰੇਂਜ ਨਾਲ ਕਰੋ। ਸਤਿਗੁਰ ਹੱਥ ਵੱਢਣੇ ਨੂੰ ਕਹਿੰਦੇ ਨੇ, ਉੱਠਿਆ ਦਲਾਲ ਦੇ। ਸਤਿਗੁਰ ਹੱਥ ਵੱਢਣੇ ਨੂੰ ਕਹਿੰਦੇ ਨੇ, ਉੱਠਿਆ ਦਲਾਲ ਦੇ। ਸਾਹਿਬ ਜੀ ਗੁਰਬਾਣੀ ਦੇ ਵਿੱਚ ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ, ਭਾਈ ਗੁਰਮੁਖੋ ਇੱਥੇ ਰਹਿਣਾ ਤਾਂ ਹੈ ਨਹੀਂ, ਹੱਕ ਦੀ ਕਿਰਤ ਕਰੋ, ਗ੍ਰਸਤ ਦੇ ਵਿੱਚ ਰਹੋ, ਜਾਓ ਤੁਸੀਂ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਵੋਗੇ, ਝੂਠਾ ਨਹੀਂ ਪ੍ਰਵਾਨ ਹੋਵੇਗਾ। ਆਓ ਅਬ ਟਾਈਮ ਹੋ ਗਿਆ, ਸਵੇਰੇ ਸ਼ੁਰੂ ਕਰਾਂਗੇ। ਆਨੰਦ ਸਾਹਿਬ ਦੇ ਵਿੱਚ ਬੋਲਣਾ, ਫਿਰ ਆਪਾਂ ਗੁਰੂ ਸਤੋਤਰ ਦੇ ਵਿੱਚ ਬੋਲਾਂਗੇ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ, ਫਿਰ ਸੀਤ ਪ੍ਰਸ਼ਾਦ ਲੈ ਕੇ ਗੁਰੂ ਕਾ, ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਨੇ Hare
ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ
आप संगतां ਦੀਆਂ ਦੁੱਖ ਪ੍ਰਗਟ ਬੇਨਤੀਆਂ ਪ੍ਰਵਾਨ ਕਰੋ, ਪ੍ਰਸਾਦ ਛਕੋ, ਭੋਗ ਲਾਓ। ਆਪ ਜੀ ਨੂੰ ਭੋਗ ਲੱਗਿਆ ਹੈ ਜੀ ਪ੍ਰਸਾਦ ਮੁਸਾਦ ਸੰਗਤ ਜੀ ਤੋਂ ਵੱਡੇ ਜੋ ਜੀ ਸਕੇ ਆਪ ਦਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਆਪ ਜੀ ਕੇ ਚਰਨ ਕਮਲਾ ਪਾਸ संध्या समय दे जोड़ मेले जी की, कान साहब जी के कीर्तन जी की, शब्द शांति जी की, गुरसतोत्तर जी के कीर्तन जी की अरदास अखर लाकन ना पहुँचो कुमार पढ़ते सुनते सरबत गुरु खालसा सत संगत राहेवंद होण जी सुख होवे नाम चितिया नानक नाम चढ़ती कला तेरे पावन वाहिगुरू जी का खालसा नाम ते आए